जो धन गुरु ग्रंथ साहिब जी की पावन बाणी दियां लड़ीवार विचारां निता प्रति आप संगतां गुरु दरबार अंदर जुड़ करके और अपने अपने घरां विच बैठ करके इस पावन स्थान तो सरवण करदियां हो चल रही लड़ीवार गुरबाणी विचारां नाल सांझ पाइए। विचारां आरंभण तो पहला सतगुरु धन गुरु ग्रंथ साहिब जी कृपा करन अपना मेहर भरिया हथ सिर ते रखण। मालिक जी आप रसना उत्ते वरत के अपनी पावन बाणी अपने शब्द के विचार सतगुरु जी आप करवा लैन और आप सरबत संगत बख्शो आसीस। कोई रसना वांझी ना रहे। दोवे हाथ जोड़ अपनियां मन बिरतियां एकाग्र करदियां लवाओ गुरु चरणा विच हाजरी। अदब सहित सरबत संगत मिल करके उचारण करो जी सतनाम श्री वाहिगुरु साहिब जी। एक बार फिर करो रसनावां पवित्र और मिलके आखो जी सतनाम श्री साहिब जी। वाहिगुरु साहिब जी। माझ महला तीजा। हो वारी जियो वारी गुर चरणी चित लावणिया। सत गुर है अमृत सर साचा मन न वै मैल चुकावणिया। जिस पावन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन बचन सतगुरु धन गुरु अमरदास साहिब जी के मुखारबिंद तो उचारण किए हुए माझ राग दे अंदर गुरु ग्रंथ साहिब पातशाह जी दे पावन अंग 113 और 14 दे उपर सुभाईमान है। अज दे इन्हां पावन शब्दां दे राहीं पावन बचनां दे राहीं जो सतगुरु जी ने गुरु बाबा जी ने उपदेश सानू बख्शिश कीता उहदे विच मालिक जी ने सब तो पहला जिक्र करदिआं आखिया भी मैं उन्हां जीवां तो कुर्बान जाना जिन्हां जीवां ने जिन्हां पुरुषां ने अपना चित जिहड़ा अकाल पुरख परमेश्वर जी दे रब जी दे गुरु जी के चरनां दे विच जोड़िया है। मतलब अपनी सुरत नूं जिन्हां ने गुरु जी दे चरनां विच टिकाया है या इस तरह कह लीए जिन्हां ने अपनी जिंदगी दे अंदर गुरु के शब्द नूं वसा लिया गुरु का शब्द अपने जीवन विच टिका लिया जिन्हां ने गुरु का ज्ञान अपनी जिंदगी विच हासिल किया। सतगुरु अमरदास कहंदे मैं उन्हां तो बलिहार नहीं जाना। फिर नाल जिक्र करदिआं आखिया कहंदे सतगुर है अमृत सर साचा। कहते गुरु जिहड़ा ना वो एक अमृत का बहुत वड्डा सरोवर है। एक सच्चा सरोवर है, सच्चा सर है
ਜਿਹਦੇ ਵਿੱਚ ਸਰੀਰ ਇਸ਼ਨਾਨ ਨਹੀਂ ਕਰਦਾ, ਜਿਹਦੇ ਵਿੱਚ ਕਾਇਆ ਇਸ਼ਨਾਨ ਨਹੀਂ ਕਰਦੀ, ਜਿਸ ਅੰਦਰ ਮਨ ਇਸ਼ਨਾਨ ਕਰਦਾ। ਤੇ ਜਦੋਂ ਗੁਰੂ ਰੂਪੀ ਸਰੋਵਰ ਦੇ ਅੰਦਰ ਮਨ ਇਸ਼ਨਾਨ ਕਰਦਾ ਹੈ ਤੇ ਫਿਰ ਮਨ ਜਿਹੜਾ ਹੈ ਉਹ ਆਪਣੀ ਸਾਰੀ ਦੀ ਸਾਰੀ ਮੈਲ ਜਿਹੜੀ ਉਹਨੂੰ ਦੂਰ ਕਰ ਲੈਂਦਾ ਹੈ। ਮਨ ਆਪਣੀ ਮੈਲ ਨੂੰ ਚੁਕਾ ਲੈਂਦਾ, ਖਤਮ ਕਰ ਲੈਂਦਾ। ਜਿਹਨੂੰ ਸਤਿਗੁਰੂ ਜੀ ਪਾਵਨ ਬਾਣੀ 'ਚ ਜ਼ਿਕਰ ਕਰਦੇ ਆ, ਆਖਦੇ ਨੇ ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤ ਨਹਾਤੈ ਕਊਆ ਹੰਸ ਹੋਵੇ। ਹੁਣ ਗੁਰੂ ਇੱਕ ਐਸਾ ਸਰ ਹੈ, ਐਸਾ ਸਰੋਵਰ ਹੈ ਜਿੱਥੇ ਜਾ ਕੇ ਅਸੀਂ ਆਪਣੇ ਮਨ ਦਾ ਇਸ਼ਨਾਨ ਕਰਾਉਣਾ। ਬਾਹਰੀ ਤੌਰ ਉੱਤੇ ਅਸੀਂ ਤੀਰਥ ਅਸਥਾਨ ਤੇ ਗਏ ਤੇ ਤਨ ਧੋਤਾ, ਪਰ ਤਨ ਨੂੰ ਧੋ ਲੈਣਾ ਇਹ ਕੇਵਲ ਸਰੀਰ ਤੱਕ ਸੀਮਤ ਹੈ, ਕਾਇਆ ਤੱਕ ਸੀਮਤ ਹੈ। ਕਾਇਆ ਨੂੰ ਅਸੀਂ ਕਹਿ ਲਈਏ ਮੈਲ ਤੋਂ ਰਹਿਤ ਕਰਨ ਵਾਸਤੇ, ਆਪਣੇ ਤਨ ਨੂੰ, ਆਪਣੇ ਸਰੀਰ ਨੂੰ ਅਸੀਂ ਸਰ ਦੇ ਅੰਦਰ, ਸਰੋਵਰ ਦੇ ਅੰਦਰ ਜਾਂ ਤੀਰਥ ਅਸਥਾਨ ਉੱਤੇ ਜਾ ਕੇ ਅਸੀਂ ਇਸ਼ਨਾਨ ਕੀਤਾ। ਪਰ ਤਨ ਦੀ ਮੈਲ ਨੂੰ ਉਤਾਰ ਲੈਣ ਤੋਂ ਬਾਅਦ ਵਿੱਚ ਸਾਡਾ ਕਰਮ ਜਿਹੜਾ ਨਾ ਉਹ ਖਤਮ ਨਹੀਂ ਹੋ ਜਾਂਦਾ। ਸਾਡਾ ਮਕਸਦ ਤਨ ਦੀ ਮੈਲ ਲਾਉਣ ਦਾ ਨਹੀਂ ਸੀ, ਸਾਡਾ ਮਕਸਦ ਮਨ ਦੀ ਮੈਲ ਲਾਉਣ ਦਾ ਹੈ। ਤੇ ਬਾਪੂ ਜੀ ਬਾਣੀ ਵਿੱਚ ਇੱਕ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਹਾਲਾਤ ਐਸੇ ਨੇ ਕਿ ਇਨਸਾਨ ਤੀਰਥਾਂ ਦੇ ਉੱਤੇ ਜਾਂਦਾ ਤੇ ਆਪਣੀ ਮੈਲ ਲਾਉਣ ਵਾਸਤੇ ਹੈ, ਪਰ ਅਫਸੋਸ ਇੱਕ ਗੱਲ ਦਾ ਹੈ ਕਿ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਉੱਥੇ ਜਾ ਕੇ ਇਹਨੇ ਮੈਲ ਤੇ ਕੀ ਲਾਉਣੀ ਸੀ, ਆਪਣੀ ਮੈਲ ਲਾਉਣ ਦੀ ਬਜਾਏ ਹੋਰ ਮੈਲ, ਹੋਰ ਗੰਦਗੀ ਇਕੱਠੀ ਕਰਕੇ ਆ ਗਿਆ। ਜਿਹਨੂੰ ਜਦੋਂ ਭਗਤ ਕਬੀਰ ਸਾਹਿਬ ਪਾਵਨ ਬਾਣੀ 'ਚ ਜ਼ਿਕਰ ਕਰਦੇ ਨਾ, ਤੇ ਉਹਨਾਂ ਨੇ ਇੱਕ ਲੌਕੀ ਦੀ ਉਦਾਹਰਨ ਦਿੱਤੀ। ਤੇ ਲੌਕੀ ਦੀ ਉਦਾਹਰਨ ਦਿੰਦਿਆਂ ਕਹਿੰਦੇ ਲੌਕੀ 68 ਤੀਰਥ ਨਹਾਈ, ਕੌਰਾ ਪਨ ਤੋਊ ਨਾ ਜਾਈ। ਵੀ ਜੇ ਕਿਤੇ ਲੌਕੀ ਨੂੰ 68 ਤੀਰਥਾਂ ਦੇ ਉੱਤੇ ਵੀ ਇਸ਼ਨਾਨ ਕਰਵਾ ਦਿੱਤਾ ਜਾਏ ਤੇ ਉਹਦੇ ਅੰਦਰਲੀ ਉਹਦੀ ਕੌੜਤਨ ਜਿਹੜੀ ਉਹ ਕਦੇ ਜਾਂਦੀ ਨਹੀਂ। ਬਾਹਰੀ ਤੌਰ ਉੱਤੇ ਪਾਣੀ ਨਾਲ ਧੋ ਕੇ ਉਹ ਸਾਫ਼ ਤੇ ਹੋ ਸਕਦੀ ਹੈ, ਪਰ ਪਾਣੀ ਨਾਲ, ਉੱਥੇ ਜਲ ਦੇ ਨਾਲ ਲੌਕੀ ਨੂੰ ਧੋ ਲੈਣ ਦੇ ਉੱਤੇ ਉਹਦੇ ਅੰਦਰਲੀ ਕੌੜਤਨ ਕਦੇ ਨਹੀਂ ਮਰਦੀ। ਇਸੇ ਤਰ੍ਹਾਂ ਸਾਡਾ ਤਨ ਇੱਕ ਲੌਕੀ ਦੀ ਨਿਆਈ ਹੈ ਤੇ ਮਨ ਇਸ ਲੌਕੀ ਦੇ ਅੰਦਰਲੀ ਕੌੜਤਨ ਹੈ। ਤੇ ਜੇ ਅਸੀਂ ਲੌਕੀ ਨੂੰ ਬਾਹਰੀ ਤੌਰ ਉੱਤੇ ਧੋ ਰਹੇ ਹਾਂ ਤੇ ਅੰਦਰਲੀ ਮਨ ਰੂਪੀ ਕੌੜਤਨ ਜਿਹੜੀ, ਮਨ ਵਿਚਲੀ ਕੌੜਤਨ ਜਿਹੜੀ ਹੈ ਉਹ ਕਦੇ ਨਹੀਂ ਜਾਏਗੀ। ਇਸ ਲਈ ਆਪਣੇ ਮਨ ਨੂੰ ਧੋਣਾ ਲਾਜ਼ਮੀ ਹੈ, ਆਪਣੇ ਮਨ ਨੂੰ ਸੁਥਰਿਆਂ ਕਰਨਾ ਲਾਜ਼ਮੀ ਹੈ। ਜਿੱਥੇ ਅਸੀਂ ਤਨ ਦੀ ਸਾਫ਼ ਸਫਾਈ ਦਾ ਖਿਆਲ ਰੱਖਦੇ ਹਾਂ, ਉੱਥੇ ਸਾਨੂੰ ਆਪਣੇ ਮਨ ਦੀ ਸਾਫ਼ ਸਫਾਈ ਵੀ ਖੁਦ ਕਰਨੀ ਪਏਗੀ। ਤੇ ਬਾਪੂ ਜੀ ਨੇ ਅੱਜ ਉਹ ਤਰੀਕਾ ਸਾਨੂੰ ਦੱਸਿਆ। ਤੇ ਜਿਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਉਹ ਆਪ ਰਹਿਮਤ ਕਰਕੇ ਜੇ ਕਿਤੇ ਤਰੁੱਠ ਪਏ ਤੇ ਜੀਵ ਆਪਣੇ ਕੀਤੇ ਕਰਮਾਂ ਦੀ ਮੈਲ ਤੋਂ ਬਚ ਜਾਂਦਾ ਹੈ। ਮਨ ਕਰਕੇ ਲੱਗੀ ਗੰਦਗੀ ਤੋਂ ਇਨਸਾਨ ਬਚ ਜਾਂਦਾ ਹੈ। ਮਨ ਦੀ ਮੈਲ ਇਹਦੇ ਜੀਵਨ ਵਿੱਚੋਂ ਉਤਰ ਜਾਂਦੀ ਹੈ। ਜਿਵੇਂ ਸਤਿਗੁਰੂ ਜੀ ਨੇ ਜਦੋਂ ਜ਼ਿਕਰ ਕੀਤਾ ਨਾ, ਮਾਲਕ ਜੀ ਆਖਦੇ ਕਹਿੰਦੇ ਤੀਰਥਾਂ ਉੱਤੇ ਇਸ਼ਨਾਨ ਕਰਨਾ ਬੜੀ ਚੰਗੀ ਗੱਲ ਹੈ, ਪਰ ਮੈਂ ਕਹਿੰਦੇ ਉਸ ਤੀਰਥ ਤੇ ਇਸ਼ਨਾਨ ਕਰਦਾ ਜਿੱਥੇ ਜਾ ਕੇ ਮੇਰੇ ਮਨ ਦੀ ਮੈਲ ਲੱਥਣੀ ਹੈ। ਕਿਉਂਕਿ ਸਰੀਰ ਦੀ ਮੈਲ ਤੇ ਅਸੀਂ ਘਰ ਬੈਠਿਆਂ ਵੀ ਉਤਾਰ ਰਹੇ ਹਾਂ। ਆਪਣੀ ਕਾਇਆ ਦੀ ਮੈਲ, ਕਾਇਆ ਦੀ ਗੰਦਗੀ ਅਸੀਂ ਘਰੇ ਬੈਠੇ ਵੀ ਲਾ ਰਹੇ ਹਾਂ। ਤੀਰਥਾਂ ਉੱਤੇ ਜਾ ਕੇ ਸਾਡਾ ਮਕਸਦ ਸਰੀਰ ਦੀ ਗੰਦਗੀ ਲਾਉਣ ਨਾਲ ਨਹੀਂ ਹੁੰਦਾ। ਤੀਰਥਾਂ ਉੱਤੇ ਜਾ ਕੇ ਸਾਡਾ ਮਕਸਦ ਆਪਣੇ ਮਨ ਨੂੰ ਸੁਥਰਿਆਂ ਕਰਨ ਨਾਲ ਹੁੰਦਾ। ਇਨਸਾਨ ਨੂੰ ਜਿਹੜਾ ਵੀ ਤੀਰਥ ਤੇ ਜਾ ਰਿਹਾ, ਇਸ਼ਨਾਨ ਕਰਨ ਜਾ ਰਿਹਾ, ਚਾਹੇ ਕੋਈ ਇਕਾਦਸ਼ੀ ਵਾਲੇ ਦਿਨ ਜਾਏ, ਚਾਹੇ ਕੋਈ ਕਿਸੇ ਦਿਨ ਤਿਉਹਾਰ ਦੇ ਉੱਤੇ ਜਾਵੇ, ਚਾਹੇ ਉਹ ਤ੍ਰਿਵੇਣੀ ਤੇ ਜਾ ਕੇ ਇਸ਼ਨਾਨ ਕਰੇ, ਭਾਵੇਂ ਪ੍ਰਯਾਗ ਤੀਰਥ ਤੇ ਜਾ ਕੇ ਕਿਉਂ ਨਾ ਇਸ਼ਨਾਨ ਕਰੇ, ਜਾਂ 68 ਤੀਰਥਾਂ ਦੇ ਉੱਤੇ ਜਾ ਕੇ ਹੀ ਕਿਉਂ ਨਾ ਉਹ ਆਪਣੇ ਤਨ ਨੂੰ ਧੋ ਲਏ। ਪਰ ਸਤਿਗੁਰੂ ਜੀ ਪਾਵਨ ਬਾਣੀ 'ਚ ਜ਼ਿਕਰ ਕਰਦੇ
ਕਿ ਜਿੰਨਾ ਚਿਰ ਮਨ ਦੀ ਗੰਦਗੀ ਨਹੀਂ ਉਤਾਰ ਲੈਂਦਾ ਉਹਨਾਂ ਚਿਰ ਤਨ ਧੋਤੇ ਦਾ ਵੀ ਲਾਭ ਕੋਈ ਨਹੀਂ ਹੋਣਾ। ਅਸੀਂ ਸਿਰਫ ਹੁਣ ਉਹਨਾਂ ਤੀਰਥਾਂ ਤੇ ਜਿਨ੍ਹਾਂ ਤੇ ਇਨਸਾਨ ਜਾ ਰਿਹਾ ਹੈ, ਉਹਨਾਂ ਤੀਰਥਾਂ ਉੱਤੇ ਕਿਹੜੀ ਸੋਚ ਤੇ ਕਿਹੜੀ ਵਿਚਾਰ ਲੈ ਕੇ ਜਾ ਰਹੀ ਹੈ। ਉਹਨਾਂ ਤੀਰਥਾਂ ਦੇ ਉੱਤੇ ਸਾਨੂੰ ਇਹ ਵਿਚਾਰ ਲੈ ਕੇ ਜਾ ਰਹੀ ਕਿ ਉੱਥੇ ਜਾਵਾਂਗੇ ਤੇ ਸਾਡੇ ਕੀਤੇ ਕਰਮਾਂ ਦੀ ਮੈਲ ਲੱਥੇਗੀ, ਇਹੀ ਸੋਚ ਲੈ ਕੇ ਜਾ ਰਹੀ ਹੈ ਨਾ। ਜੇ ਕੋਈ ਇਹ ਕਹਿ ਦੇ ਵੀ ਸੱਜਣਾ ਤੂੰ ਜਾ ਕੇ 68 ਤੀਰਥਾਂ ਤੇ ਨਹਾਲਾ, ਪਰ ਮੈਂ ਤੈਨੂੰ ਦਾਅਵੇ ਨਾਲ ਕਹਿਣਾ ਵੀ ਤੇਰੇ ਕਰਮਾਂ ਦੀ ਮੈਲ ਲੱਥਣੀ ਨਹੀਂ, ਤੇ ਚੇਤਾ ਰੱਖੀਏ ਉਹ ਤੀਰਥਾਂ ਦੇ ਉੱਤੇ ਸ਼ਾਇਦ ਕੋਈ ਇਸ਼ਨਾਨ ਕਰਨ ਵੀ ਨਾ ਜਾਏ, ਸਿਰਫ ਇਸੇ ਕਰਕੇ ਕਿ ਉੱਥੇ ਨਹਾਤਿਆਂ ਜੀਵਨ ਸਫਲ ਹੋ ਜਾਂਦਾ। ਉਸ ਥਾਂ ਉੱਤੇ ਇਸ਼ਨਾਨ ਕੀਤਿਆਂ ਕਰਮਾਂ ਦੀ ਮੈਲ ਲੱਥ ਜਾਂਦੀ ਹੈ ਤੇ ਇਨਸਾਨਾਂ ਦੀ ਬਹੁਤ ਵੱਡੀ ਭੀੜ ਉਹਨਾਂ ਅਸਥਾਨਾਂ ਉੱਤੇ ਲੱਗ ਜਾਂਦੀ ਹੈ, ਸਿਰਫ ਤਨ ਧੋਣ ਵਾਲਿਆਂ ਦੀ। ਪਰ ਉੱਥੇ ਜਾ ਕੇ ਜਿਹੜਾ ਅਸਲ ਵਿੱਚ ਮਕਸਦ ਸੀ ਉਹ ਸੀ ਆਪਣੇ ਮਨ ਤੇ ਆਪਣੀਆਂ ਵਿਚਾਰਾਂ ਨੂੰ ਸੁਥਰਿਆਂ ਕਰਨਾ। ਪਰ ਨਾ ਤੇ ਆਪਣਾ ਮਨ ਧੋ ਸਕੇ, ਨਾ ਹੀ ਆਪਣੀਆਂ ਵਿਚਾਰਾਂ ਸੁਥਰੀਆਂ ਕਰ ਸਕੇ। ਤੇ ਬਾਪੂ ਜੀ ਨੂੰ ਬਾਣੀ 'ਚ ਆਖਣਾ ਪਿਆ, ਮਨ ਮੈਲਾ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜੇ ਅਸੀਂ ਤਨ ਨੂੰ ਧੋ ਰਹੇ ਹਾਂ ਤੇ ਕਦੇ ਸਾਡਾ ਮਨ ਹੱਛਾ ਨਹੀਂ ਹੋ ਸਕਦਾ। ਫਿਰ ਜਿਹੜਾ ਜ਼ਿਕਰ ਸਤਿਗੁਰੂ ਜੀ ਬਾਣੀ 'ਚ ਕਰ ਰਹੇ, ਕਹਿੰਦੇ ਮੈਂ ਤੀਰਥ ਤੇ ਜਾ ਕੇ ਇਸ਼ਨਾਨ ਕਰਦਾ ਹਾਂ, ਪਰ ਉਸ ਤੀਰਥ ਤੇ ਜਾ ਕੇ ਇਸ਼ਨਾਨ ਕਰਦਾ ਜਿਸ ਜਗ੍ਹਾ ਦੇ ਉੱਤੇ ਜਾ ਕੇ ਮੇਰੇ ਮਨ ਦੀ ਮੈਲ ਲੱਥਦੀ ਹੈ। ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਮੇਰਾ ਕਹਿੰਦੇ ਉਸ ਥਾਂ ਉੱਤੇ ਜਾ ਕੇ ਮੈਂ ਇਸ਼ਨਾਨ ਕਰਦਾ ਜਿੱਥੇ ਜਾ ਕੇ ਮੇਰਾ ਮਨ ਸੁਥਰਾ ਹੁੰਦਾ, ਕਿਉਂਕਿ ਖੇਡ ਸਾਰੀ ਮਨ ਦੀ ਹੈ, ਤਨ ਦੀ ਨਹੀਂ। ਤਨ ਕਰਕੇ ਇਨਸਾਨ ਆਪਣੀ ਸਾਫ਼ ਸਫਾਈ ਦਾ ਬੜਾ ਖਿਆਲ ਰੱਖਦਾ ਹੈ, ਪਰ ਜਿੰਨਾ ਤਨ ਕਰਕੇ ਸਾਫ਼ ਸਫਾਈ ਦਾ ਖਿਆਲ ਰੱਖਦਾ ਸ਼ਾਇਦ ਮਨ ਕਰਕੇ ਉਨਾ ਹੀ ਗੰਦਲਾ ਹੈ। ਤੇ ਸਤਿਗੁਰੂ ਜੀ ਜਦੋਂ ਬਾਣੀ 'ਚ ਜ਼ਿਕਰ ਕਰਦੇ, ਮਾਲਕ ਨੇ ਬੜੀਆਂ ਸਪਸ਼ਟ ਜਿਹੀਆਂ ਉਦਾਹਰਨਾਂ ਵਰਤੀਆਂ। ਗੁਰੂ ਨਾਨਕ ਸਾਹਿਬ ਨੂੰ ਪੜ੍ਹੋ, ਸਤਿਗੁਰੂ ਕਹਿੰਦੇ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾ ਮੈਂ ਕਹਿ ਰਹਾ। ਹੁਣ ਕੀ ਅਸੀਂ ਘਰ ਦੇ ਵਿੱਚ ਪਾਣੀ ਦੀ ਵਰਤੋਂ ਨਹੀਂ ਕਰਦੇ? ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਤੇ ਅਸੀਂ ਪਾਣੀ ਦੀ ਵਰਤੋਂ ਰੋਜ਼ ਨਿਤਾ ਪ੍ਰਤੀ ਘਰਾਂ ਦੇ ਅੰਦਰ ਕਰਦੇ ਹਾਂ ਆਪਣੇ ਸਰੀਰ ਦੀ ਗੰਦਗੀ ਲਾਉਣ ਵਾਸਤੇ। ਤੇ ਸਾਹਿਬ ਕਹਿੰਦੇ ਫਿਰ ਮੂਤ ਪਲੀਤੀ ਕੱਪੜ ਹੋਏ, ਜੇ ਕਿਤੇ ਵਸਤਰ ਬਹੁਤ ਜ਼ਿਆਦਾ ਗੰਦਲੇ ਹੋ ਜਾਣ, ਦੇ ਸਾਬੂਨ ਲਈਏ ਉਹ ਧੋਏ। ਫਿਰ ਅਸੀਂ ਪਾਣੀ ਦੇ ਨਾਲ ਨਾਲ ਸਾਬਣ ਜਾਂ ਸਰਫ ਦੀ ਵਰਤੋਂ ਕਰਦੇ ਹਾਂ ਕਿ ਕੱਪੜੇ ਦੀ ਮੈਲ ਲੱਥ ਜਾਏ। ਸਾਹਿਬ ਕਹਿੰਦੇ ਜਿੱਦਾਂ ਦੀ ਗੰਦਗੀ ਉਸੇ ਤਰੀਕੇ ਨਾਲ ਉਤਾਰੀ ਗਈ, ਤੇ ਜਿਹੜੀ ਮਤ ਪਾਪਾਂ ਨਾਲ ਭਰੀ ਹੋਈ ਹੈ ਉਹ ਹੁਣ ਪਾਣੀ ਨਾਲ ਨਹੀਂ ਉਤਰਨੀ, ਉਹ ਉਦਣ ਉਤਰੇਗੀ ਜਿੱਦਣ ਬਾਣੀ ਦੀ ਵਰਤੋਂ ਕਰੇਗਾ। ਸਤਿਗੁਰੂ ਜੀ ਫਿਰ ਆਖਦੇ ਭਰੀਐ ਮਤ ਪਾਪਾਂ ਕੈ ਸੰਗ, ਇਹ ਪਾਪਾਂ ਨਾਲ ਭਰੀ ਪਈ ਹੈ, ਉਹ ਧੋਪੈ ਨਾਵੈ ਕੈ ਰੰਗ। ਤੇ ਉਹ ਉਦਣ ਲੱਥੇਗੇ ਜਿਹੜੇ ਪਾਪ ਤੂੰ ਆਪਣੀ ਜ਼ਿੰਦਗੀ 'ਚ ਕਮਾਏ, ਜਿੱਦਣ ਨਾਮ ਦਾ ਰੰਗ ਤੇਰੀ ਮਨ ਉੱਤੇ ਚੜ੍ਹੇਗਾ। ਖੈਰ ਸਤਿਗੁਰੂ ਜੀ ਕਹਿੰਦੇ ਹਉ ਵਾਰੀ ਜੀਓ ਵਾਰੀ, ਗੁਰ ਚਰਨੀ ਚਿਤ ਲਾਵਣਿਆ। ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਚਰਨਾਂ ਵਿੱਚ ਜੋੜਿਆ, ਆਪਣਾ ਚਿੱਤ ਗੁਰੂ ਚਰਨਾਂ ਵਿੱਚ ਜੋੜਿਆ। ਕਿਉਂਕਿ ਸਤਿਗੁਰੂ ਇੱਕ ਐਸਾ ਸਰੋਵਰ ਹੈ, ਗੁਰੂ ਇੱਕ ਐਸਾ ਸਰ ਹੈ ਜਿੱਥੇ ਜਾ ਕੇ ਜੀਵ ਮਨ ਨਹਾਵੇ, ਮਨ ਨਹਾਉਂਦਾ ਹੈ, ਮਨ ਦਾ ਇਸ਼ਨਾਨ ਕਰਦਾ ਹੈ ਔਰ ਮੈਲ ਚੁਕਾਵਣਿਆ। ਤੇ ਕਹਿੰਦੇ ਆਪਣੇ ਮਨ ਦੀ ਮੈਲ ਲਾ ਲੈਂਦਾ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਨੂੰ ਪੜ੍ਹੀਏ, ਸਤਿਗੁਰੂ ਕਹਿੰਦੇ ਤੀਰਥ ਨਹਾਵਣ ਜਾਉ, ਮੈਂ ਤੀਰਥ ਨਹਾਉਣ ਵਾਸਤੇ ਜਾਵਾਂ। ਕਹਿੰਦੇ ਤੀਰਥ ਨਹਾਵਾਂ ਜੇ ਤਿਸ ਭਾਵਾਂ, ਤਾਂ ਨਹਾਵਾਂ ਜੇ ਉਹਨੂੰ ਚੰਗਾ ਲੱਗਾ। ਤੇ ਵਿਣ ਭਾਣੇ ਬਿਨਾਂ ਚੰਗੇ ਲੱਗਿਆ ਕਿ ਨਹਾਏ ਕਰੀ। ਹੁਣ ਮੰਨ ਲਓ ਮੈਂ ਕਿਸੇ ਨੂੰ ਰਿਝਾਉਣਾ ਹੋਵੇ, ਪ੍ਰਸੰਨ ਕਰਨਾ ਹੋਵੇ, ਤੇ ਉਹਨੂੰ ਪ੍ਰਸੰਨ ਕਰਨ ਵਾਸਤੇ ਸੁਭਾਵਿਕ ਜਿਹੀ ਬਾਤ ਹੈ ਮੈਂ ਕਰਮ ਉਹ ਕਰਾਂਗਾ ਜਿਹੜੇ ਉਹਨੂੰ ਚੰਗੇ ਲੱਗਣ। ਕਦੇ ਇਦਾਂ ਹੋਇਆ ਵੀ ਜਿਹੜਾ ਕਰਮ ਉਹਨੂੰ ਚੰਗਾ ਨਾ ਲੱਗੇ ਤੇ ਮੈਂ ਉਹ ਜਾ ਕੇ ਉਹਦੇ ਸਾਹਮਣੇ ਕਮਾਉਂਦਾ ਫਿਰਾਂ ਤੇ ਮੁੜ ਕੇ ਆਖਾਂ ਵੀ ਤੁਸੀਂ ਤੇ ਮੇਰੇ ਉੱਤੇ ਰੀਝਦੇ ਹੀ ਨਹੀਂ, ਤੁਸੀਂ ਤੇ ਮੇਰੇ ਉੱਤੇ ਕਦੇ ਪ੍ਰਸੰਨ ਹੀ ਨਹੀਂ ਹੋਏ। ਤੇ ਸ਼ਾਇਦ ਉਹ ਸੱਜਣ ਉਹ ਪੁਰਖ ਅੱਗੋਂ ਬੋਲਦਾ ਆਖੇ ਸੱਜਣਾ ਜਿੱਦਾਂ ਮੈਂ ਪ੍ਰਸੰਨ ਹੋਣਾ ਸੀ ਤੈਨੂੰ ਉਹ ਕਰਮ ਕਰਨਾ ਹੀ ਨਹੀਂ ਆਇਆ। ਹੁਣ ਸਤਿਗੁਰੂ ਜੀ ਕਹਿ ਰਹੇ, ਮਾਲਕ ਜੀ ਨੇ ਇਹ ਕਿਹਾ, ਕਹਿੰਦੇ ਮੈਂ ਸਤਿਗੁਰੂ ਕਿਤੇ ਵੀ ਇਹ ਜ਼ਿਕਰ ਨਹੀਂ ਕਰਦੇ ਕਿ ਤੀਰਥ ਉੱਤੇ ਨਾ ਨਹਾਓ। ਬਸ ਇੰਨਾ ਸਤਿਗੁਰੂ ਜ਼ਰੂਰ ਸਮਝਾਉਂਦੇ ਕਿ ਤੀਰਥ ਉੱਤੇ ਇਸ਼ਨਾਨ ਕਰਨ ਲੱਗਿਆਂ
ਇਹ ਮਤ ਇਹ ਸੋਚ ਲੈ ਕੇ ਅਸੀਂ ਇਸ਼ਨਾਨ ਨਹੀਂ ਕਰਨਾ ਕਿ ਮੈਂ ਇੱਥੇ ਨਹਾਵਾਂਗਾ ਤੇ ਮੇਰੇ ਕਰਮਾਂ ਦੀ ਮੈਲ ਲੱਥ ਜਾਏਗੀ। ਬਾਪੂ ਜੀ ਕਹਿੰਦੇ ਤੀਰਥ ਨਹਾਵਾਂ, ਮੈਂ ਤੀਰਥ ਉੱਤੇ ਜੇ ਇਸ਼ਨਾਨ ਕਰਾਂ ਪਰ ਤਾਂ ਕਰਾਂਗਾ ਜੇ ਤਿਸ ਭਾਵਾਂ, ਜੇ ਕਿਤੇ ਮੇਰਾ ਤੀਰਥ ਉੱਤੇ ਨਹਾਤਾ ਉਹਨੂੰ ਚੰਗਾ ਲੱਗ ਜਾਏ। ਵਿਣ ਭਾਣੇ ਜੇ ਉਹਨੂੰ ਚੰਗਾ ਹੀ ਨਾ ਲੱਗੇ ਕਿ ਨਹਾਏ ਕਰੀ, ਮੈਂ ਨਹਾ ਕੇ ਵੀ ਕੀ ਕਰਾਂਗਾ। ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ, ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ 부ਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਸਤਿਗੁਰੂ ਜੀ ਨੇ ਉੱਥੇ ਮਤ ਦਾ ਜ਼ਿਕਰ ਕੀਤਾ। ਮੱਲ ਕਹਿੰਦੇ ਮਤ ਨੂੰ ਭਰਨਾ ਹੈ ਰਤਨਾਂ ਤੇ ਜਵਾਹਰਾਂ ਦੇ ਨਾਲ, ਤੇ ਮਤ ਰਤਨਾਂ ਤੇ ਜਵਾਹਰਾਂ ਨਾਲ ਉਦਣ ਭਰੇਗੀ ਜਿੱਦਣ ਗੁਰੂ ਕੀ ਸਿੱਖਿਆ ਆਪਣੇ ਅੰਦਰ ਸੁਣ ਲਵਾਂਗੇ। ਤੇ ਜਿੱਦਣ ਗੁਰੂ ਕੀ ਸਿੱਖਿਆ ਮਨ ਵਿੱਚ ਵਸ ਗਈ, ਉਦਣ ਰਤਨ ਜਵਾਹਰ ਮਾਣਿਕ, ਉਦਣ ਹਰ ਇੱਕ ਚੰਗੀ ਚੀਜ਼, ਹਰ ਇੱਕ ਚੰਗੇ ਗੁਣ, ਚੰਗੇ ਹੀਰੇ ਜਵਾਹਰਾਤ ਰੂਪੀ ਵਿਚਾਰਾਂ ਸਾਡੇ ਅੰਦਰ ਹੋਣਗੀਆਂ। ਉਦਣ ਸਾਡੇ ਕੋਲ ਮੈਲ ਤੇ ਗੰਦਗੀ ਨਹੀਂ ਹੋਵੇਗੀ। ਉਦਣ ਮਨ ਸਾਡਾ ਸਾਫ਼ ਤੇ ਸੁਥਰਾ ਹੋਏਗਾ, ਕਿਉਂਕਿ ਉਦਣ ਮੈਂ ਆਪਣਾ ਮਨ ਧੋਤਾ ਹੈ। ਸਾਹਿਬ ਕਹਿੰਦੇ ਫਿਰ ਹੁਣ ਮਨ ਨਹਾਵੇ, ਮਨ ਨੇ ਨਹਾਉਣਾ, ਮੈਲ ਚੁਕਾਵਣਿਆ ਤੇ ਆਪਣੀ ਮੈਲ ਮਨ ਉਤਾਰ ਲੈਂਦਾ ਹੈ। ਪਰ ਜਦੋਂ ਜਾ ਕੇ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਜੋੜ ਕੇ ਗੁਰੂ ਰੂਪੀ ਸਰ ਦੇ ਅੰਦਰ, ਗੁਰੂ ਰੂਪੀ ਸਰੋਵਰ ਦੇ ਅੰਦਰ ਮਨ ਇਸ਼ਨਾਨ ਕਰਦਾ ਹੈ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿਨੈ ਚਖ ਡੀਠੀ। ਅੰਤਰ ਪ੍ਰਗਾਸ ਮਹਾ ਰਸ ਪੀਵੈ, ਦਰ ਸੱਚੇ ਸ਼ਬਦ ਵਜਾਵਣਿਆ। ਫਿਰ ਸਤਿਗੁਰੂ ਜੀ ਗੁਰਬਾਣੀ ਦੀ ਵਡਿਆਈ ਕਰਦੇ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਕਹਿੰਦੇ ਗੁਰੂ ਦੀ ਬਾਣੀ ਮਿੱਠੀ ਬਹੁਤ ਹੈ, ਪਰ ਜੇ ਕਿਤੇ ਮਨ ਨੂੰ ਚੰਗੀ ਲੱਗ ਜਾਏ। ਸਤਿਗੁਰੂ ਜੀ ਨੇ ਇੱਕ ਪਾਵਨ ਬਚਨ ਵਰਤਦੇ, ਗੁਰਬਾਣੀ ਇਸ ਜਗ ਮਹਿ ਚਾਨਣ। ਗੁਰਬਾਣੀ ਕੀ ਹੈ? ਚਾਨਣ ਹੈ। ਪਰ ਕਹਿੰਦੇ ਹਰ ਇੱਕ ਦੇ ਵੱਸ ਦੀ ਬਾਤ ਨਹੀਂ ਵੀ ਉਹ ਇਸ ਚਾਨਣ ਦਾ ਪਾਤਰ ਬਣੇ। ਗੁਰਬਾਣੀ ਚਾਨਣ ਹੈ, ਇਹਦੇ ਚ ਕੋਈ ਦੋਰਾਵਾ ਨਹੀਂ, ਪਰ ਹਰ ਮਨੁੱਖ ਇਸ ਚਾਨਣ ਦਾ ਪਾਤਰ ਬਣੇ ਇਹ ਜ਼ਰੂਰੀ ਨਹੀਂ ਹੈ। ਕਿਉਂਕਿ ਇਹ ਚਾਨਣ ਦਾ ਪਾਤਰ ਉਹ ਬਣਦਾ ਜਿਹੜਾ ਕਰਮ ਦਾ ਪਾਤਰ ਬਣ ਜਾਏ। ਬਾਪੂ ਜੀ ਨੇ ਅਗਾਂਹ ਜ਼ਿਕਰ ਕੀਤਾ, ਕਹਿੰਦੇ ਕਰਮ ਵਸੈ ਮਨ ਆਏ, ਇਹ ਨਾ ਬਖਸ਼ਿਸ਼ ਦੇ ਸਦਕਾ ਮਨ ਵਿੱਚ ਆ ਕੇ ਵਸਦੀ ਹੈ। ਇਨਸਾਨ ਗੁਰਬਾਣੀ ਨੂੰ ਪੜ੍ਹਦਾ ਜ਼ਰੂਰ ਹੈ, ਇਹ ਨਹੀਂ ਵੀ ਗੁਰਬਾਣੀ ਤੋਂ ਅਸੀਂ ਦੂਰ ਬੈਠੇ ਆ ਜਾਂ ਗੁਰਬਾਣੀ ਪੜ੍ਹਨ ਤੋਂ ਅਸੀਂ ਗੁਰੇਜ਼ ਕੀਤਾ, ਨਹੀਂ। ਗੁਰਬਾਣੀ ਪੜ੍ਹਦੇ ਜ਼ਰੂਰ ਆ, ਪਰ ਗੁਰਬਾਣੀ ਨੂੰ ਅਸੀਂ ਸਿਰਫ, ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ ਵੀ ਲਿਖੇ ਹੋਏ ਅੱਖਰ ਹੀ ਜਾਣੇ ਆ, ਇਹ ਤੋਂ ਵੱਧ ਕੇ ਜਾਣ ਨਹੀਂ ਸਕੇ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਬਾਬਾ ਕਬੀਰ ਸਾਹਿਬ ਨੇ ਦੁਨੀਆ ਦੀ ਇਸ ਮਤ ਤੇ ਸੋਚ ਨੂੰ ਵੇਖਿਆ ਤੇ ਉਹਨਾਂ ਨੂੰ ਆਪ ਜ਼ਿਕਰ ਕਰਨਾ ਪਿਆ ਕਿ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਲੋਕ ਤੇ ਸਿਰਫ ਇੱਥੋਂ ਤੱਕ ਸੀਮਤ ਵੀ ਅੱਖਰ ਹੀ ਲਿਖੇ ਨੇ 4, ਤੇ ਇਹਨਾਂ 4 ਅੱਖਰਾਂ ਨੇ ਕੀ ਕਰਨਾ। ਪਰ ਬਾਬਾ ਜੀ ਕਹਿੰਦੇ ਵੀ ਇਸ ਗੱਲ ਤੋਂ ਲੋਕ ਅਣਜਾਣ ਬੈਠੇ ਵੀ ਇਹ 4 ਅੱਖਰ ਨਹੀਂ, ਇਹ ਬ੍ਰਹਮ ਦੇ ਘਰ ਦੀਆਂ ਬਾਤਾਂ, ਰੱਬ ਦੇ ਘਰ ਦੀਆਂ ਬਾਤਾਂ ਨੇ, ਜਿਹੜੀਆਂ ਮਨੁੱਖ ਦੇ ਜੀਵਨ ਨੂੰ ਸੁੰਦਰ, ਸੋਹਣਾ ਤੇ ਸਵਾਰ ਦਿੰਦੀਆਂ ਨੇ, ਸ਼ਿੰਗਾਰ ਦਿੰਦੀਆਂ ਨੇ। ਇਹ ਉਸ ਪਰਮੇਸ਼ਵਰ ਦੇ ਘਰ ਦੀ ਵਡਿਆਈ ਤੇ ਉਹਦੇ ਘਰ ਦੀਆਂ ਬਾਤਾਂ ਨੇ। ਹੁਣ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਮਿੱਠੀ ਬਹੁਤ ਹੈ, ਰਸ ਵਾਲੀ ਬਹੁਤ ਹੈ, ਪਰ ਰਸ ਵਾਲੀ ਉਹਨੂੰ ਲੱਗੀ ਗੁਰਮੁਖ ਵਿਰਲੇ ਕਿਨੈ ਚੱਖ ਡੀਠੀ। ਜਿਨੇ ਗੁਰੂ ਵਾਲੇ ਬਣ ਕੇ ਇਸ ਬਾਣੀ ਨੂੰ ਚੱਖ ਕੇ ਵੇਖਿਆ, ਇਸ ਬਾਣੀ ਦਾ ਰਸ ਮਾਣਿਆ, ਉਹਨੇ ਹੀ ਇਸ ਦੇ ਮਿਠਾਸ ਬਾਰੇ ਦੱਸਿਆ। ਉਹੀ ਇਹਦੇ ਮਿਠਾਸ, ਇਹਦੇ ਰਸ ਦੇ ਬਾਰੇ ਦੱਸਦਾ। ਜਿਵੇਂ ਜਿੰਨਾ ਚਿਰ ਅਸੀਂ ਕਿਸੇ ਮਿੱਠੇ ਨੂੰ ਛਕ ਨਹੀਂ ਲੈਂਦੇ, ਖਾ ਨਹੀਂ ਲੈਂਦੇ, ਉਹਨਾਂ ਚਿਰ ਅਸੀਂ ਉਹਦੀ ਮਿਠਾਸ ਬਾਰੇ ਦੱਸ ਵੀ ਨਹੀਂ ਸਕਦੇ। ਕਿਸੇ ਪਦਾਰਥ ਦੀ ਮਿਠਾਸ ਜਾਂ ਕਿਸੇ ਪਦਾਰਥ ਦੇ ਰਸ ਬਾਰੇ, ਸਵਾਦ ਬਾਰੇ ਦੱਸਣਾ ਹੈ, ਟੇਸਟ ਬਾਰੇ ਦੱਸਣਾ ਹੈ,
ਤੇ ਸਾਨੂੰ ਉਸ ਦਾ ਟੇਸਟ ਉਦੋਂ ਹੀ ਅਸੀਂ ਦੱਸ ਸਕਦੇ ਹਾਂ ਜਦੋਂ ਉਹਨੂੰ ਚੱਖ ਕੇ ਵੇਖਾਂਗੇ। ਬਿਨਾਂ ਚੱਖਿਆਂ ਅਸੀਂ ਉਹਦਾ ਕਦੇ ਟੇਸਟ, ਉਹਦਾ ਕਦੇ ਰਸ, ਉਹਦਾ ਕਦੇ ਸਵਾਦ ਨਹੀਂ ਦੱਸ ਸਕਦੇ। ਇਸੇ ਤਰ੍ਹਾਂ ਮਾਲਕ ਕਹਿੰਦੇ ਜਿਹੜਾ ਗੁਰਬਾਣੀ ਨੂੰ ਚੱਖਦਾ ਨਹੀਂ, ਜਿਨਨੇ ਗੁਰਬਾਣੀ ਦਾ ਰਸ ਮਾਣਿਆ ਨਹੀਂ, ਉਹ ਗੁਰਬਾਣੀ ਦਾ ਰਸ ਕਦੇ ਦੱਸ ਵੀ ਨਹੀਂ ਸਕਦਾ ਕਿ ਇਹਦੇ ਵਿੱਚੋਂ ਰਸ ਮਿਲਦਾ ਕਿੰਨਾ ਹੈ। ਫਿਰ ਵੇਖੋ ਕਿਤੇ ਸਾਹਿਬ ਦੀ ਬਾਣੀ ਪੜ੍ਹ ਕੇ ਮਾਲਕ ਜੀ ਜ਼ਿਕਰ ਕਰਦੇ ਆ, ਇੱਥੋਂ ਤੱਕ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁੱਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਰੱਬ ਜੀ ਇਹ ਤੁਹਾਡੇ ਘਰ ਦੀ ਬਾਣੀ ਹੈ, ਤੁਹਾਡੇ ਘਰ ਦੀਆਂ ਬਾਤਾਂ ਨੇ, ਇਹ ਐਸੀਆਂ ਬਾਤਾਂ ਨੇ ਕਿ ਜਿਨ੍ਹਾਂ ਨੂੰ ਮੈਂ ਸੁਣਦਾ ਤੇ ਮੇਰੀ ਪਰਮ ਗਤੀ ਹੋ ਜਾਂਦੀ, ਮੈਂ ਉੱਚੀ ਅਵਸਥਾ ਦਾ ਪਾਤਰ ਬਣ ਜਾਂਦਾ। ਮੇਰੇ ਅੰਦਰ ਲੱਗੀ ਹੋਈ ਅੱਗ ਬੁੱਝ ਜਾਂਦੀ ਹੈ, ਮੇਰੇ ਅੰਦਰ ਲੱਗੀ ਹੋਈ ਤੜਫਣਾ ਮੁੱਕ ਜਾਂਦੀ ਹੈ ਜਿਸ ਦਿਨ ਇਸ ਗੁਰਬਾਣੀ ਨੂੰ ਮੈਂ ਆਧਾਰ ਬਣਾ ਕੇ ਆਪਣੇ ਜੀਵਨ ਅੰਦਰ ਅਪਣਾ ਲੈਂਦਾ ਹਾਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਜਿੱਦਣ ਗੁਰਬਾਣੀ ਨੂੰ ਮੈਂ ਆਪਣਾ ਆਧਾਰ ਬਣਾ ਲੈਣਾ, ਗੁਰਬਾਣੀ ਨਾਲ ਲੱਗ ਜਾਣਾ ਆ, ਉਸ ਦਿਨ ਸਾਹਿਬ ਜੀ ਕਹਿੰਦੇ ਮੈਂ ਜੀਵਨ ਅੰਦਰ ਰਸ ਔਰ ਆਨੰਦ ਮਾਣਦਾ। ਗੁਰਬਾਣੀ ਜਿਹੜੀ ਹੈ ਇਹਨੂੰ ਅਸੀਂ ਕਿਸੇ ਵੀ ਪ੍ਰਕਾਰ ਜਦੋਂ ਜਿਵੇਂ ਜਿਵੇਂ ਇਨਸਾਨ ਗੁਰਬਾਣੀ ਨੂੰ ਪੜ੍ਹਦਾ ਜਾਂ ਵਿਚਾਰਦਾ ਹੈ, ਇਹਨੂੰ ਸਿਰਫ 4 ਅੱਖਰ ਸਮਝ ਲੈਣਾ ਜਾਂ ਕੇਵਲ ਇਹਨੂੰ ਇਹ ਜਾਣ ਲੈਣਾ ਕਿ ਇਹਨੂੰ ਪੜਾਂਗੇ ਤੇ ਇਹਨੂੰ ਪੜ੍ਹ ਕੇ, ਕਿਉਂਕਿ ਅਗਾਂਹ ਜਾ ਕੇ ਗੁਰੂ ਸਾਹਿਬ ਨੇ ਖੁਦ ਜ਼ਿਕਰ ਕਰਨਾ ਕਿ ਇਨਸਾਨ ਨਾ ਇਹਨੂੰ ਸਿਰਫ ਇੱਕ ਫੋਕਟ ਵਸਤੂ ਸਮਝ ਕੇ ਛੱਡ ਕੇ ਪਾਸੇ ਹੋ ਜਾਂਦਾ ਹੈ। ਅਗਲੇ ਪਦਿਆਂ 'ਚ ਜਾ ਕੇ ਮਾਲਕ ਨੇ ਜ਼ਿਕਰ ਕਰਨਾ, ਪਰ ਇਨਸਾਨ ਕਦੇ ਇਸ ਗੱਲ ਨੂੰ, ਇਸ ਬਾਣੀ ਨੂੰ ਸਮਝ ਨਹੀਂ ਸਕਿਆ ਕਿ ਜਿਹਨੂੰ ਮੈਂ ਪੜ੍ਹਨ ਤੋਂ ਇਨਕਾਰੀ ਹੋ ਰਿਹਾ, ਜਿਹਨੂੰ ਵਿਚਾਰਨ ਤੋਂ ਇਨਕਾਰੀ ਹੋ ਰਿਹਾ, ਅਸਲ ਦੇ ਅੰਦਰ ਮੇਰੀ ਜ਼ਿੰਦਗੀ ਨੂੰ ਸਵਾਰਨਾ ਇਸੇ ਬਾਣੀ ਨੇ, ਇਦੋਂ ਬਿਨਾਂ ਨਹੀਂ। ਕਿਉਂਕਿ ਗੁਰਬਾਣੀ ਨੇ ਸਾਡੇ ਮਨਾਂ ਅੰਦਰ ਚਾਨਣ ਕਰਨਾ, ਗੁਰਬਾਣੀ ਨੇ ਸਾਨੂੰ ਜੀਵਨ ਰਾਹ ਬਖਸ਼ਿਸ਼ ਕਰਨੀ ਹੈ, ਗੁਰਬਾਣੀ ਨੇ ਸਾਨੂੰ ਜੀਵਨ ਜਾਚ ਦੇਣੀ ਹੈ। ਤੇ ਜਿੰਨਾ ਚਿਰ ਸਾਡੇ ਕੋਲ ਜੀਵਨ ਜਿਉਣ ਦੀ ਜਾਚ ਨਹੀਂ ਹੈ, ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਨਹੀਂ ਹੈ, ਉਹਨਾਂ ਚਿਰ ਅਸੀਂ ਜੀਵਨ ਕਿਵੇਂ ਬਸਰ ਕਰਾਂਗੇ। ਜ਼ਿੰਦਗੀਆਂ ਅਸੀਂ ਗੁਜ਼ਾਰ ਜ਼ਰੂਰ ਰਹੇ ਹਾਂ, ਜ਼ਿੰਦਗੀਆਂ ਅਸੀਂ ਲੰਘਾ ਜ਼ਰੂਰ ਰਹੇ ਹਾਂ, ਸਮਾਂ ਬਤੀਤ ਜ਼ਰੂਰ ਕਰ ਰਹੇ ਹਾਂ, ਪਰ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਜਿਉਣਾ ਨਹੀਂ ਸਿੱਖ ਸਕੇ। ਕਿਉਂਕਿ ਅਫਸੋਸ ਕਿ ਸਾਡੇ ਕੋਲ ਗੁਰਬਾਣੀ ਰੂਪ ਖਜ਼ਾਨਾ ਤੇ ਹੈ, ਪਰ ਅਸੀਂ ਇਸ ਗੁਰਬਾਣੀ ਰੂਪ ਖਜ਼ਾਨੇ ਨੂੰ ਅਪਣਾ ਨਹੀਂ ਸਕੇ, ਇਹਦੀ ਦਿੱਤੀ ਹੋਈ ਜੀਵਨ ਜਾਚ ਤੇ ਚੱਲ ਨਹੀਂ ਸਕੇ। ਜਿਵੇਂ ਸ਼ਾਇਦ ਇਹ ਘਟਨਾ ਪਹਿਲੋਂ ਆਪ ਜੀ ਨਾਲ ਸਾਂਝੀ ਕੀਤੀ ਹੋਵੇ ਕਿ ਇੱਕ ਨਾ ਮਨੁੱਖ ਖੋਜੀ, ਉਹ ਇੱਕ ਨਗਰ ਦੇ ਵਿੱਚੋਂ ਨਾ ਲੰਘਿਆ, ਉਹ ਖੋਜ ਕਰਨ ਵਾਸਤੇ ਜਾ ਰਿਹਾ ਸੀ, ਉਹਨੂੰ ਪਤਾ ਲੱਗਾ ਵੀ ਹੀਰੇ ਜਵਾਹਰਾਤਾਂ ਦੀ ਖਾਣ ਹੈ, ਉਹ ਖੋਜ ਕਰਨ ਵਾਸਤੇ ਚੱਲਿਆ। ਜਦੋਂ ਉਹ ਖੋਜ ਕਰਨ ਵਾਸਤੇ ਗਿਆ ਨਾ, ਰਾਹ ਦੇ ਵਿੱਚ ਉਹਨੂੰ ਇੱਕ ਪਿੰਡ ਨਜ਼ਰ ਆਇਆ, ਛੋਟਾ ਜਿਹਾ ਪਿੰਡ ਲੋਕਾਂ ਨੇ ਵਸਾਇਆ ਹੋਇਆ ਸੀ, ਤੇ ਉੱਥੋਂ ਦੇ ਲੋਕਾਂ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਮਤਲਬ ਇੰਨੀ ਕੁ ਜ਼ਿਆਦਾ ਆਰਥਿਕ ਹਾਲਤ ਮੰਦੀ ਸੀ ਵੀ ਲੋਕ ਰੋਟੀ ਤੋਂ ਵੀ ਆਜਤ ਸਨ, ਭੋਜਨ ਤੋਂ ਵੀ ਆਜਤ ਸਨ, ਵੀ ਭੋਜਨ ਵੀ ਕਿਸੇ ਦੇ ਘਰ ਵਿੱਚ ਚੰਗੀ ਤਰ੍ਹਾਂ ਨਹੀਂ ਸੀ ਬਣਦਾ। ਉਹ ਤੁਰਿਆ ਜਾਂਦਾ, ਜਦੋਂ ਉਸ ਨਗਰ ਦੇ ਵਿੱਚ ਰੁਕਦਾ, ਲੋਕਾਂ ਨੇ ਬੜਾ ਉਹਦਾ ਸੇਵਾ ਬਹੁਤ ਕੀਤੀ, ਉਹਨੂੰ ਜੀਓ ਆਇਆ ਬੜੇ ਪਿਆਰ, ਜਿੰਨੀ ਕੁ ਕਿਸੇ ਕੋਲ ਸਮਰੱਥਾ ਸੀ ਉਹਦੀ ਆਓ ਭਗਤ ਕੀ, ਉਹ ਬੜਾ ਪ੍ਰਸੰਨ ਹੋਇਆ। ਉੱਥੋਂ ਉਹ ਇਜਾਜ਼ਤ ਲੈ ਕੇ ਰੁਖਸਤ ਹੋ ਕੇ ਅਗਾਂਹ ਜਾਂਦਾ ਤੇ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਦਾ। ਹੁਣ ਮੰਜ਼ਿਲ ਤੇ ਪਹੁੰਚਿਆ, ਉੱਥੇ ਉਹਨੂੰ ਹੀਰੇ ਜਵਾਹਰਾਤ ਮਿਲੇ, ਉਹਨੇ ਉੱਥੋਂ ਜਿੰਨੀ ਕੁ ਉਹਨੂੰ ਲੋੜ ਸੀ, ਜਦੋਂ ਖੋਜ ਕਰ ਲਈ, ਜਿੰਨੀ ਕੁ ਉਹਨੂੰ ਜ਼ਰੂਰਤ ਸੀ ਉਹਨੇ ਕੁ ਉਹਨੇ ਹੀਰੇ ਜਵਾਹਰਾਤ ਲਏ, ਲੈ ਕੇ ਹੀਰੇ ਜਵਾਹਰਾਤ ਤੇ ਵਾਪਸ ਪਰਤਿਆ। ਜਦੋਂ ਵਾਪਸ ਪਰਤਿਆ ਤੇ ਵਾਪਸ ਪਰਤਦਿਆਂ ਨਾ ਉਹਨੇ ਇੱਕ ਨਕਸ਼ਾ ਤਿਆਰ ਕੀਤਾ। ਨਕਸ਼ਾ ਤਿਆਰ ਕਰਕੇ ਬਹੁਤ ਸਾਰੀਆਂ ਕਾਪੀਆਂ, ਬਹੁਤ ਸਾਰੀਆਂ ਨਕਲਾਂ ਬਣਾ ਲਈਆਂ। ਉਹਦੀਆਂ ਨਕਲਾਂ ਬਣਾ ਕੇ ਨਾ ਉਸੇ ਪਿੰਡ ਵਿੱਚ ਆ ਗਿਆ ਜਿਸ ਪਿੰਡ ਵਿੱਚ ਜਾਂਦਿਆਂ ਹੋਇਆਂ ਉਹ ਟਿਕਿਆ ਸੀ, ਰੁਕਿਆ ਸੀ। ਉਹ ਪਿੰਡ ਵਾਲਿਆਂ ਫਿਰ ਉਹਦਾ ਬੜਾ ਸਤਿਕਾਰ ਕੀਤਾ ਤੇ ਉਹਨੇ ਜਾਂਦਿਆਂ ਹੁਣ ਮਨ ਵਿੱਚ ਵਿਚਾਰਿਆ ਵੀ ਇਹ ਪਿੰਡ ਦੇ ਲੋਕ ਬੜੇ ਚੰਗੇ ਨੇ, ਵੀ ਕਿਉਂ ਨਾ ਆਪਾਂ ਇਹਨਾਂ ਦੀ ਮਦਦ ਕਰੀਏ, ਇਹਨਾਂ ਦੀ ਆਰਥਿਕ ਹਾਲਤ ਵੀ ਚੰਗੀ ਹੋ ਜਾਏ। ਵੀ ਮੈਂ ਕਿੰਨੇ ਕੁ ਹੀਰੇ ਜਵਾਹਰਾਤ ਲੈ ਲਵਾਂਗਾ, ਮੇਰੇ ਕੋਲ ਤੇ ਖਾਨ ਹੈ, ਮੈਂ ਤੇ ਬਹੁਤ ਵੱਡਾ ਖਜ਼ਾਨਾ ਲੱਭ ਲਿਆ ਹੈ, ਵੀ ਕੁਝ ਨਾ ਕੁਝ ਉਹਦੇ ਵਿੱਚੋਂ ਇਹ ਵੀ ਹਾਸਲ ਕਰ ਲੈਣ ਤਾਂ ਜੋ ਇਹਨਾਂ ਦੀਆਂ ਆਰਥਿਕ ਹਾਲਾਤ ਠੀਕ ਹੋ ਜਾਣ, ਇਹਨਾਂ ਦਾ ਜਿੱਥੇ
ਸੁਭਾਅ ਇੰਨਾ ਚੰਗਾ, ਲੋਕ ਇੰਨੇ ਚੰਗੇ, ਉੱਥੇ ਆਰਥਿਕ ਹਾਲਤ ਵੀ ਚੰਗੀ ਹੋਵੇ ਤਾਂ ਜੋ ਇਸ ਨਗਰ ਵਿੱਚ ਆਉਣ ਵਾਲਾ ਹਰ ਬੰਦਾ ਇੱਥੋਂ ਵਰਸਾਇਆ ਜਾਏ। ਹੁਣ ਉਹ ਤੇ ਇਹ ਸੋਚ ਲੈ ਕੇ ਉਹਨੇ ਨਕਸ਼ਾ ਲਿਆ ਬਣਾ, ਕਈ ਨਕਲਾਂ ਵੀ ਕਰਾ ਲਈਆਂ, ਸਾਰੇ ਨਗਰ 'ਚ ਵੰਡਤੀਆਂ। ਕੱਲੇ ਕੱਲੇ ਮਨੁੱਖ ਦੇ ਘਰ ਵਿੱਚ ਜਾ ਕੇ ਇੱਕ ਇੱਕ ਮਨੁੱਖ ਨੂੰ ਉਹਨੇ ਉਹ ਨਕਲ ਦਿੱਤੀ ਤੇ ਸਾਰਿਆਂ ਨੇ ਉਹਦੇ ਕੋਲੋਂ ਨਾ ਉਹ ਨਕਲਾਂ ਲੈ ਲਈਆਂ। ਉਹ ਵੰਡਣ ਤੋਂ ਬਾਅਦ ਉਹ ਆਪਣੇ ਘਰ ਪਰਤ ਗਿਆ ਤੇ ਉਹ ਨਕਲਾਂ ਜਿਹੜੀਆਂ ਸੀ ਲੋਕਾਂ ਨੇ ਉਹਨੂੰ ਸਮਝਣ ਤੋਂ ਨਾ, ਸਮਝਣ ਦੀ ਬਜਾਏ ਕਿਸੇ ਨੇ ਕਿਸੇ ਤਰੀਕੇ ਨਾਲ ਵਰਤ ਲਿਆ, ਕਿਸੇ ਨੇ ਕਿਸੇ ਤਰੀਕੇ, ਕਿਸੇ ਨੇ ਹੋਰ ਕੁਝ ਨਹੀਂ, ਕੂੜੇ ਦੇ ਢੇਰ ਵਿੱਚ ਹੀ ਸੁੱਟ ਦਿੱਤੀਆਂ। ਉਹ ਕੁਝ ਸਮਾਂ ਗੁਜ਼ਰ ਗਿਆ, ਤਕਰੀਬਨ 10 ਕੁ ਸਾਲ ਜਦੋਂ ਗੁਜ਼ਰ ਗਏ ਨਾ, ਉਹ ਵਾਪਸ ਫਿਰ ਪਰਤਿਆ। ਜਦੋਂ ਵਾਪਸ ਪਰਤਿਆ ਤੇ ਉਹਦੇ ਮਨ 'ਚ ਇਹ ਵਿਚਾਰ ਸੀ ਵੀ ਮੈਂ ਨਕਸ਼ਾ ਦੇ ਕੇ ਗਿਆ ਸਾਂ ਤੇ ਨਗਰ ਦੇ ਲੋਕ ਬੜੇ ਆਰਥਿਕ ਹਾਲਾਤ ਕਰਕੇ ਬਹੁਤ ਚੰਗੇ ਹੋ ਗਏ ਹੋਣਗੇ ਤੇ ਮੈਂ ਜਦੋਂ ਹੁਣ ਉਸ ਨਗਰ ਵਿੱਚ ਜਾਵਾਂਗਾ ਤੇ ਲੋਕ ਮੈਨੂੰ ਬੜਾ ਅਦਬ, ਹੋਰ ਵੀ ਵੱਧ ਸਤਿਕਾਰ ਦੇਣਗੇ। ਮੈਂ ਵੀ ਜਾ ਕੇ ਵੇਖਾਂ ਵੀ ਉੱਥੋਂ ਦੇ ਹਾਲਾਤ ਕੀ ਨੇ। ਉਹ ਤੁਰਿਆ ਜਾਂਦਾ, ਫਿਰ ਜਦੋਂ ਉਸ ਨਗਰ ਵਿੱਚ ਪਹੁੰਚਦਾ ਤੇ ਵੇਖ ਕੇ ਬੜਾ ਹੈਰਾਨ ਹੁੰਦਾ ਹੈ। ਹੈਰਾਨਗੀ ਇਸ ਗੱਲ ਦੀ ਹੈ ਵੀ ਜਿੱਦਾਂ ਦੀ ਹਾਲਤ 10 ਸਾਲ ਪਹਿਲਾਂ ਵੇਖੀ ਸੀ, ਅੱਜ ਦੀ ਉਸ ਹਾਲਾਤ ਉਦੋਂ ਵੀ ਬੱਤਰ ਹੋ ਚੁੱਕੇ। ਉਹ ਬੜਾ ਹੈਰਾਨ ਹੋਇਆ। ਉਹਨੇ ਫਿਰ ਜਿਹੜਾ ਉਸ ਪਿੰਡ ਦਾ ਮੁਖੀਆ ਸੀ ਨਾ, ਉਹਨੂੰ ਪੁੱਛਿਆ ਵੀ ਇੱਥੇ 10 ਕੁ ਸਾਲ ਪਹਿਲਾਂ ਮੈਂ ਆਇਆ ਸਾਂ ਤੇ ਜਦੋਂ ਇੱਥੋਂ ਮੈਂ ਵਾਪਸ ਪਰਤਿਆ ਸਾਂ ਨਾ ਤੇ ਮੈਂ ਜਾਂਦਿਆਂ ਜਾਂਦਿਆਂ ਕੁਝ ਕੁ ਕਾਗਜ਼ ਵੰਡ ਕੇ ਗਿਆ ਸਾਂ, ਵੀ ਉਹ ਕਾਗਜ਼ ਕਿਸੇ ਕੋਲ ਹੈ ਨਾ? ਤੇ ਉਹ ਕਹਿੰਦਾ ਵੀ ਕਾਗਜ਼ ਨਾ ਸਾਡੇ ਨਗਰ 'ਚ ਇੱਕ ਬੰਦੇ ਨੇ ਸੰਭਾਲ ਕੇ ਰੱਖੇ ਹੋਏ ਨੇ, ਜਿਹੜੇ ਤੁਸੀਂ ਦੇ ਕੇ ਗਏ ਸੀ, ਕੁਝ ਕੁ ਨੇ ਉਸੇ ਵਕਤ ਸੁੱਟ ਦਿੱਤੇ, ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਪਰ ਇੱਕ ਮਨੁੱਖ ਨੇ ਉਹਦਾ ਬੜਾ ਅਦਬ ਸਤਿਕਾਰ ਕੀਤਾ। ਹੁਣ ਉਹਦੇ ਮਨ 'ਚ ਇੱਕ ਖਿਆਲ ਉਪਜਿਆ, ਕਹਿੰਦਾ ਵੀ ਜਿਹੜੇ ਮਨੁੱਖ ਨੇ ਅਦਬ ਸਤਿਕਾਰ ਕੀਤਾ ਵੀ ਉਹਨੂੰ ਸਮਝ ਲੱਗ ਗਈ ਹੋਣੀ ਹੈ ਕੀ ਹੈ। ਉਹ ਕਹਿੰਦਾ ਵੀ ਮੈਨੂੰ ਉਹਦੇ ਘਰ ਲੈ ਕੇ ਚੱਲੋ। ਮਨ 'ਚ ਉਹਨੂੰ ਇੱਕ ਖਿਆਲੀ ਪਲਾਓ ਬਣ ਗਿਆ ਵੀ ਸ਼ਾਇਦ ਉਹਨੂੰ ਉਹ ਰਸਤਾ, ਉਹ ਮਾਰਗ ਪਤਾ ਹੋਣ ਤੇ ਲੱਗ ਗਿਆ ਹੋਣਾ, ਉਹਨੇ ਉੱਥੋਂ ਹੀਰੇ ਜਵਾਹਰਾਤ ਲਿਆਂਦੇ ਹੋਣੇ ਨੇ ਤੇ ਉਹਨੇ ਲਿਆ ਕੇ ਆਪਣੀ ਆਰਥਿਕ ਹਾਲਤ ਤਬਦੀਲ ਕਰ ਲਈ ਹੋਣੀ। ਉਹ ਗਿਆ ਉਸ ਦੇ ਘਰ ਵਿੱਚ ਲੈ ਕੇ ਨਾ, ਜਦੋਂ ਜਾ ਕੇ ਤੇ ਵੇਖਿਆ ਉਹਦਾ ਘਰ, ਉਹ ਵੀ ਬੜਾ ਹੈਰਾਨ ਵੀ ਹੈ ਤੇ ਇਹਦੇ ਕੋਲ ਵੀ ਕੁਛ ਨਹੀਂ। ਫਿਰ ਨਾ ਉਸ ਘਰ ਵਾਲੇ ਨੂੰ ਪੁੱਛਿਆ, ਕਹਿੰਦਾ ਵੀ ਮੈਂ ਕਾਗਜ਼ ਦੇ ਕੇ ਗਿਆ ਸਾਂ। ਕਹਿੰਦਾ ਜੀ ਹਾਂ ਮੇਰੇ ਕੋਲ ਹੈ ਨਾ। ਕਿੱਥੇ ਨੇ? ਉਹਨੇ ਨਾ ਵਿਖਾਇਆ ਆਪਣੇ ਘਰ ਦੇ ਅੰਦਰ ਲਿਜਾ ਕੇ, ਕੋਈ ਬਹੁਤ ਸੋਹਣਾ ਅਸਥਾਨ ਬਣਾਇਆ ਹੋਇਆ ਤੇ ਉਹਦੇ ਵਿੱਚ ਰੱਖੇ ਹੋਏ ਉਹ, ਤੇ ਰੋਜ਼ ਉਹਨਾਂ ਦੇ ਅੱਗੇ ਅਗਰਬੱਤੀ ਲਾ ਕੇ, ਧੂਫ ਲਾ ਕੇ ਤੇ ਉਹਨਾਂ ਦੀ ਪੂਜਾ ਕਰਦਾ ਰੋਜ਼। ਤੇ ਉਹ ਬੜਾ, ਉਹਨੇ ਕਿਹਾ ਵੀ ਤੂੰ ਅਦਬ ਸਤਿਕਾਰ ਤੇ ਬੜਾ ਕਰ ਰਿਹਾ ਇਹਦਾ ਭਾਈ, ਪਰ ਤੈਨੂੰ ਪਤਾ ਹੈ ਵੀ ਇਹ ਕੀ ਹੈ ਜਿਹਦਾ ਤੂੰ ਅਦਬ ਸਤਿਕਾਰ ਕਰ? ਕਹਿੰਦਾ ਵੀ ਨਹੀਂ, ਮੈਨੂੰ ਇੰਨਾ ਪਤਾ ਵੀ ਤੁਸੀਂ ਕਾਗਜ਼ ਦੇ ਕੇ ਗਏ ਸੀ ਤੇ ਮੈਂ ਇਹਨਾਂ ਕਾਗਜ਼ਾਂ ਨੂੰ ਚੰਗੇ ਸਮਝਦਿਆਂ ਹੋਇਆਂ ਤੇ ਇੱਥੇ ਰੱਖ ਕੇ ਮੈਂ ਰੋਜ਼ ਇਹਨਾਂ ਦੀ ਧੂਫ ਅਗਰਬੱਤੀ ਰੋਜ਼ ਪੂਜਾ ਕਰਦਾ, ਰੋਜ਼ ਮੱਥਾ ਟੇਕਦਾ ਇਹਨਾਂ। ਉਹਨੇ ਪੁੱਛ ਲਿਆ ਕਦੇ ਪੜ੍ਹ ਕੇ ਵੇਖਿਆ ਜਾਂ ਇਹਨੂੰ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਉਹ ਕਹਿੰਦਾ ਵੀ ਨਹੀਂ, ਐਡਾ ਵੱਡਾ ਪਾਪ ਨਹੀਂ ਆਪਾਂ ਕੀਤਾ, ਨਾ ਆਪਾਂ ਪੜ੍ਹਿਆ ਤੇ ਨਾ ਆਪਾਂ ਕਦੇ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਤੁਸੀਂ ਦੱਸੋ ਇਹਦੇ 'ਚ ਹੈ ਕੀ? ਕਹਿੰਦਾ ਇਹ ਨਾ ਇੱਕ ਖਾਨ ਦਾ ਨਕਸ਼ਾ ਹੈ। ਉਸ ਖਾਨ ਦਾ ਨਕਸ਼ਾ ਹੈ ਜਿੱਥੇ ਕੇਵਲ ਹੀਰੇ ਔਰ ਜਵਾਹਰਾਤ ਨੇ। ਤੁਸੀਂ ਸਿਰਫ ਉੱਥੇ ਪਹੁੰਚ ਕੇ ਉੱਥੋਂ ਹੀਰੇ ਜਵਾਹਰਾਤ ਲੈ ਕੇ ਆਉਣੇ ਨੇ, ਇਹ ਤੋਂ ਵੱਧ ਕੇ ਕੁਝ ਨਹੀਂ। ਉਹ ਸਾਰੇ ਬੜੇ ਹੈਰਾਨ ਹੋਏ ਜਦੋਂ ਇਹ ਘਟਨਾ ਪੜ੍ਹਦੇ ਆ ਨਾ। ਘਟਨਾ ਪੜ੍ਹਨ ਤੋਂ ਬਾਅਦ ਵਿੱਚ ਕਈ ਵਾਰ ਮਨ ਸੋਚਦਾ, ਮਨਾ ਹਾਲਾਤ ਤੇ ਤੇਰੇ ਵੀ ਉਹਦੇ ਵਰਗੇ ਨੇ ਵੀ ਗੁਰੂ ਨਾਨਕ ਨੇ ਤੈਨੂੰ ਐਡਾ ਵੱਡਾ ਖਜ਼ਾਨਾ ਦਿੱਤਾ, ਤੂੰ ਕੇਵਲ ਉੱਤੇ ਰੁਮਾਲਾ ਸ਼ਾਹ ਪਾ ਕੇ ਮੱਥਾ ਹੀ ਟੇਕਦਾ ਰਿਹਾ। ਬਾਬੇ ਨੇ ਮੱਥਾ ਟੇਕਣ ਲਈ, ਨਮਸਕਾਰ ਕਰਨ ਵਾਸਤੇ ਇਕੱਲਾ ਖਜ਼ਾਨਾ ਨਹੀਂ ਸੀ ਦਿੱਤਾ, ਗੁਰੂ ਨਾਨਕ ਨੇ ਖਜ਼ਾਨਾ ਤੇ ਦਿੱਤਾ ਸੀ। ਇਹਨੂੰ ਪੜ੍ਹ ਕੇ ਇਹਨੂੰ ਵਿਚਾਰ ਵੀ ਲਈ, ਕਿਉਂਕਿ ਇਹ ਉਸ ਖਾਨ ਦੇ ਅਦਰਾ, ਉਸ ਖਾਨ ਦਾ ਨਕਸ਼ਾ ਹੈ, ਉਸ ਖਜ਼ਾਨੇ ਦਾ ਨਕਸ਼ਾ ਹੈ ਜਿੱਥੇ ਜਾ ਕੇ ਜੀਵ ਨੂੰ ਬ੍ਰਹਮ ਮਿਲਦਾ, ਅਕਾਲ ਪੁਰਖ ਪਰਮੇਸ਼ਵਰ ਮਿਲਦਾ। ਤੇ ਸ਼ਾਇਦ ਜੇ ਕਿਤੇ ਗੁਰੂ ਨਾਨਕ ਸਾਹਿਬ ਆ ਕੇ ਅੱਜ ਸਾਨੂੰ ਸਵਾਲ ਕਰ ਲੈਣ ਨਾ ਵੀ ਅੱਜ ਤੋਂ 550 ਸਾਲ ਪਹਿਲਾਂ
मैं तुहानू एक नक्शा दे के गया सां गुरबाणी रूप वजों, ਜਿਹੜਾ ਨਕਸ਼ਾ ਰੱਬ ਦੇ ਘਰ ਦਾ ਸੀ ਤੁਹਾਡੇ ਵਿੱਚੋਂ ਕਿੰਨੇ ਸੰਭਾਲਿਆ ਹੈ। ਤੇ ਅਸੀਂ ਹੱਥ ਖੜੇ ਕਰਕੇ ਆਖਾਂਗੇ ਸਾਂਭਣ ਵਾਲੇ ਤੇ ਬਹੁਤ ਆ। ਜੇ ਗੁਰੂ ਨਾਨਕ ਸਾਹਿਬ ਨੇ ਪੁੱਛ ਲਿਆ ਤੁਹਾਡੇ ਚੋਂ ਪੜ੍ਹਿਆ ਕਿੰਨੇ ਹੈ, ਤੇ ਹੋ ਸਕਦਾ ਸਾਡੇ ਸਾਰਿਆਂ ਦੀਆਂ ਨੀਵੀਆਂ ਪੈ ਜਾਣ ਵੀ ਪੜ੍ਹਨ ਵਾਲਾ ਕੰਮ ਅਸੀਂ ਅਜੇ ਤੱਕ ਨਹੀਂ ਕੀਤਾ। ਕਿਉਂ ਗੁਰਬਾਣੀ ਨੂੰ ਅਸੀਂ ਕੇਵਲ ਨਮਸਕਾਰ ਕਰਦੇ ਰਹਿ ਗਏ, ਗੁਰਬਾਣੀ ਅੱਗੇ ਕੇਵਲ ਅਸੀਂ ਸੀਸ ਨਵਾਉਂਦੇ ਰਹਿ ਗਏ। ਬੜੀ ਚੰਗੀ ਗੱਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਅਦਬ, ਜਿੰਨਾ ਸਤਿਕਾਰ ਕਰਾਂਗੇ ਓਨਾ ਹੀ ਥੋੜਾ ਹੈ। ਜਿੰਨਾ ਸਤਿਕਾਰ ਕਰਾਂਗੇ ਮਾਲਕ ਦੇ ਕੋਲੋਂ ਫਲ ਵੀ ਉਸ ਹਿਸਾਬ ਨਾਲ ਸਾਨੂੰ ਮਿਲ ਜਾਣਗੇ। ਪਰ ਇਹਨੂੰ ਪੜ੍ਹਨਾ ਵੀ ਸਾਡਾ ਇੱਕ ਫਰਜ਼, ਇੱਕ ਜ਼ਿੰਮੇਵਾਰੀ ਹੈ। ਗੁਰਬਾਣੀ ਨੂੰ ਪੜ੍ਹਨਾ ਸਾਡੇ ਇੱਕ ਜੀਵਨ ਦਾ ਅੰਗ ਹੋਣਾ ਚਾਹੀਦਾ ਹੈ ਕਿ ਮੈਂ ਮਾਲਕ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਆਪਣੀ ਜ਼ਿੰਦਗੀ 'ਚ ਪੜ੍ਹਾਂ ਤੇ ਕਮਾ ਸਕਾਂ। ਸਾਹਿਬ ਕਹਿੰਦੇ ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਮਿੱਠੀ ਬਹੁਤ ਹੈ ਪਰ ਗੁਰਮੁਖ ਕਿਨੇ ਵਿਰਲੇ ਗੁਰਮੁਖ ਵਿਰਲੇ ਕਿਨੇ ਚੱਖ ਡੀਠੀ। ਕਿਸੇ ਗੁਰੂ ਵਾਲੇ ਨੇ ਵਿਰਲੇ ਨੇ ਇਹਨੂੰ ਚੱਖ ਕੇ ਵੇਖਿਆ ਕਿ ਇਹਦੇ ਵਿੱਚੋਂ ਕਿੰਨਾ ਰਸ, ਕਿੰਨਾ ਆਨੰਦ ਮਿਲਦਾ ਹੈ। ਤੇ ਜਿੰਨੇ ਚੱਖਿਆ ਸਤਿਗੁਰੂ ਕਹਿੰਦੇ ਅੰਤਰ ਪ੍ਰਗਾਸ, ਉਹਨਾਂ ਦੇ ਅੰਦਰ ਚਾਨਣ ਹੀ ਚਾਨਣ ਹੋ ਗਿਆ। ਮਹਾ ਰਸ ਪੀਵੇ, ਫਿਰ ਇਹਦੇ ਵਿਚਲੇ ਰਸ ਨੂੰ ਪੀਂਦੇ ਨੇ ਤੇ ਦਰ ਸੱਚੈ ਸ਼ਬਦ ਵਜਾਵਣਿਆ। ਤੇ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਉੱਤੇ ਫਿਰ ਜੀਵ ਪਰਵਾਨੇ ਜਾਂਦੇ ਨੇ ਤੇ ਉਹਨਾਂ ਜੀਵਾਂ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਫਿਰ ਧੁਨੀ ਵੱਜਦੀ ਹੈ। ਇਸੇ ਕਰਕੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਜ਼ਿਕਰ ਕਰਦੇ ਤੇ ਮਾਲਕ ਜੀ ਨੇ ਆਖਿਆ ਗੁਰੂ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਵਾ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ। ਆਪੇ ਹੀਰਾ ਰਤਨੇ ਆਪੇ, ਜਿਸਨੂੰ ਦੇ ਬੁਝਾਏ, ਖਿਆਲ ਕਰੀਏ ਇਸ ਖਜ਼ਾਨੇ ਨੂੰ ਅਸੀਂ ਕੇਵਲ ਨਮਸਕਾਰ ਕਰਨ ਤੱਕ ਸੀਮਤ ਨਾ ਰੱਖੀਏ। ਇਹਦੇ ਅੱਗੇ ਜਿੱਥੇ ਅਸੀਂ ਰੁਮਾਲਾ ਸਾਹਿਬ ਜਾਂ ਹੋਰ ਭੇਟਾਵਾਂ ਲਿਆ ਕੇ ਅਰਪਣ ਕਰਦੇ ਹਾਂ, ਉੱਥੇ ਸਭ ਤੋਂ ਵੱਡੀ ਸੇਵਾ ਹੈ ਗੁਰਬਾਣੀ ਦੀ, ਗੁਰੂ ਦੀ ਗੁਰ ਸੇਵਾ, ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਨੂੰ ਪੜ੍ਹਨਾ ਤੇ ਗੁਰੂ ਕੇ ਸ਼ਬਦ ਨੂੰ ਵਿਚਾਰਨਾ। ਮਤਲਬ ਆਪਣੀ ਜ਼ਿੰਦਗੀ ਦੇ ਅੰਦਰ ਗੁਰਬਾਣੀ ਦੇ ਦਿੱਤੇ ਉਪਦੇਸ਼ ਨੂੰ ਅਸੀਂ ਸਮਝੀਏ, ਗੁਰੂ ਕੇ ਦਿੱਤੇ ਹੋਏ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਅਸੀਂ ਕੋਸ਼ਿਸ਼ ਤੇ ਯਤਨ ਕਰੀਏ ਕਮਾਉਣ ਦਾ, ਤਾਂ ਜੋ ਉਹਨੂੰ ਕਮਾਉਂਦਿਆਂ ਹੋਇਆਂ ਅਸੀਂ ਵੀ ਉਸ ਬਾਣੀ ਦੇ ਰਸ ਨੂੰ ਮਾਣ ਸਕੀਏ। ਗੁਰਬਾਣੀ ਦਾ ਆਨੰਦ ਅਸੀਂ ਆਪਣੇ ਜੀਵਨ ਅੰਦਰ ਮਾਣ ਸਕੀਏ। ਤੇਰਾ ਸੱਚੇ ਕਿਨੈ ਅੰਤ ਨਾ ਪਾਇਆ, ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ। ਤੁਧ ਸਲਾਹ ਨਾ ਰੱਜਾ ਕਬਹੁ, ਸੱਚੇ ਨਾਵੇ ਕੀ ਭੁਖ ਲਾਵਣਿਆ। ਫਿਰ ਆਖਿਆ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ। ਹੇ ਰੱਬ ਜੀਓ, ਅੱਜ ਤੱਕ ਤੁਹਾਡਾ ਅੰਤ ਕਿਸੇ ਨਹੀਂ ਪਾਇਆ। ਗੁਰ ਪ੍ਰਸਾਦ ਕਿਨੇ ਵਿਰਲੇ ਚਿੱਤ ਲਾਇਆ। ਤੁਹਾਡਾ ਅੰਤ ਤੇ ਪਾਉਣਾ ਬੜੀ ਦੂਰ ਦੀ ਗੱਲ ਹੈ, ਤੁਹਾਡੇ ਨਾਲ ਚਿੱਤ ਵੀ ਹਰ ਕੋਈ ਨਹੀਂ ਜੋੜ ਸਕਿਆ। ਰੱਬ ਨਾਲ ਚਿੱਤ ਹਰ ਇਨਸਾਨ ਦਾ ਨਹੀਂ ਜੁੜਿਆ। ਹਾਲਾਂਕਿ ਆਪਣੇ ਆਪ ਨੂੰ ਹਰ ਬੰਦਾ ਧਰਮੀ ਕਹਿੰਦਾ ਹੈ। ਜਾਂ ਬਾਪੂ ਜੀ ਦੀ ਆਪਾਂ ਬਾਣੀ ਪੜ੍ਹਦੇ ਨਾ, ਤੇ ਸਤਿਗੁਰੂ ਬਾਣੀ 'ਚ ਜ਼ਿਕਰ ਕਰਦੇ ਆ, ਆਖਦੇ ਘਾਟ ਨਾ ਕਿਨ ਹੀ ਕਹਾਇਆ, ਸਭ ਕਹਤੇ ਹੈ ਪਾਇਆ। ਕੋਈ ਵੀ ਬੰਦਾ ਇਹ ਕਹਿਣ ਨੂੰ ਤਿਆਰ ਨਹੀਂ ਹੈ ਵੀ ਮੈਨੂੰ ਰੱਬ ਨਹੀਂ ਮਿਲਿਆ। ਹਰ ਬੰਦਾ ਇਹੀ ਕਹਿੰਦਾ ਵੀ ਮੈਂ ਪਾ ਲਿਆ, ਮੈਨੂੰ ਪਰਮੇਸ਼ਵਰ ਮਿਲ ਗਿਆ। ਸਤਿਗੁਰੂ ਜੀ ਨੇ ਉੱਥੇ ਸਾਰੇ ਧਰਮੀ ਬੰਦਿਆਂ ਦੀ ਗੱਲ ਕੀਤੀ, ਕਹਿੰਦੇ ਗਿਆਨੀ ਗਿਆਨ ਕਮਾਵੇ, ਧਿਆਨੀ ਧਿਆਨ ਲਾਵੇ, ਤਪਸੀ ਤਪੈ ਰਾਤਾ। ਇਹ ਸਾਰੇ ਆਪਣੇ ਆਪਣੇ ਕਰਮ ਕਰ ਰਹੇ ਤੇ ਇਹਨਾਂ ਦੇ ਵਿੱਚੋਂ ਨਾ ਤੇ ਗਿਆਨੀ ਨੇ ਕਿਹਾ ਵੀ ਮੈਨੂੰ ਰੱਬ ਨਹੀਂ ਮਿਲਿਆ, ਨਾ ਧਿਆਨੀ ਨੇ ਕਿਹਾ ਮੈਨੂੰ ਰੱਬ ਨਹੀਂ ਮਿਲਿਆ, ਨਾ ਤਪ ਕਰਨ ਵਾਲਾ ਕਹਿ ਰਿਹਾ ਮੈਨੂੰ ਰੱਬ ਨਹੀਂ ਮਿਲਿਆ, ਨਾ ਯੋਗ ਕਰਨ ਵਾਲਾ ਜੋਗੀ ਯੋਗ ਕਮਾਵੇ, ਉਹ ਯੋਗ ਕਮਾਉਂਦਾ ਉਹ ਕਹੀ ਜਾਂਦਾ ਰੱਬ ਮੈਨੂੰ ਮਿਲ ਗਿਆ। ਇਸ ਤਰੀਕੇ ਹਰ ਧਰਮੀ ਬੰਦਾ ਜਿਹੜਾ ਧਰਮ ਉੱਤੇ ਵਿਸ਼ਵਾਸ ਰੱਖਦਾ ਹੈ ਜਾਂ ਧਰਮ ਨੂੰ ਮੰਨਦਾ ਹੈ, ਉਹ ਹਰ ਬੰਦਾ ਇਹ ਗੱਲ ਕਹਿੰਦਾ ਮੈਨੂੰ ਰੱਬ ਮਿਲ ਗਿਆ, ਮੈਂ ਰੱਬ ਨੂੰ ਪ੍ਰਾਪਤ ਕਰ ਲਿਆ। ਕੋਈ ਵੀ ਇਹ ਕਹਿਣ ਨੂੰ ਘਾਟ ਨਾ ਕਿ ਨਹੀਂ ਕਹਾਇਆ, ਕੋਈ ਤਿਆਰ ਨਹੀਂ ਹੈ। ਜੇ ਕੋਈ ਘੱਟ ਕਹਿ ਵੀ ਦਿੰਦਾ ਹੈ ਤੇ ਆਖਣ ਵਾਲੇ ਨਾਲ ਝਗੜਾ ਖੜਾ ਹੋ ਜਾਂਦਾ ਵੀ ਤੈਨੂੰ ਕੀ ਪਤਾ ਰੱਬ ਕੀ ਹੈ ਤੇ ਕੀ ਨਹੀਂ, ਮੈਂ ਪ੍ਰਾਪਤ ਕੀਤਾ, ਮੈਨੂੰ ਪਤਾ ਰੱਬ ਕਿੱਦਾਂ ਦਾ। ਇਸੇ ਲਈ ਸਾਹਿਬ ਕਹਿੰਦੇ ਕਿ ਪਰਮੇਸ਼ਵਰ ਜੀਓ
ਤੇਰਾ ਸੱਚੇ ਕਿਨੇ ਅੰਤ ਨਾ ਪਾਇਆ। ਰੱਬ ਜੀ ਅੱਜ ਤੱਕ ਤੇਰਾ ਅੰਤ ਕਿਸੇ ਨੂੰ ਨਹੀਂ ਮਿਲਿਆ, ਨਾ ਹੀ ਕਿਸੇ ਨੇ ਤੇਰਾ ਅੰਤ ਪ੍ਰਾਪਤ ਕੀਤਾ, ਨਾ ਹਾਸਲ ਕੀਤਾ। ਪਰ ਹਾਂ ਇੰਨਾ ਜ਼ਰੂਰ ਹੈ, ਗੁਰਪ੍ਰਸਾਦ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਲੇ ਕਿਸੇ ਵਿਰਲੇ ਨੇ ਤੇਰੇ ਨਾਲ ਆਪਣਾ ਚਿੱਤ ਜੋੜ ਲਿਆ। ਹਾਂ ਜਿਹੜਾ ਗੁਰੂ ਦੀ ਕਿਰਪਾ ਤੋਂ ਸਖਣਾ ਰਹਿ ਗਿਆ, ਰੱਬ ਜੀ ਉਹ ਤੇ ਆਪਣਾ ਚਿੱਤ ਵੀ ਤੁਹਾਡੇ ਨਾਲ ਨਹੀਂ ਜੋੜ ਸਕਿਆ, ਉਹਨੇ ਤੇ ਆਪਣੀ ਸੁਰਤ ਨੂੰ ਵੀ ਤੁਹਾਡੇ ਨਾਲ ਨਹੀਂ ਜੋੜਿਆ। ਤੁਹਾਡਾ ਅੰਤ ਪਾਉਣਾ ਤੇ ਬੜੀ ਦੂਰ ਦੀ ਬਾਤ ਹੈ। ਫਿਰ ਆਖਿਆ ਕਹਿੰਦੇ ਤੁਧ ਸਲਾਹ ਨਾ ਰੱਜਾਂ ਕਬਹੂ। ਰੱਬ ਜੀ ਮੈਂ ਤੇ ਤੁਹਾਡੀ ਸ਼ਲਾਘਾ ਕਰਦਾ ਹੋਇਆ ਕਦੇ ਵੀ ਰੱਜਦਾ ਨਹੀਂ ਆ। ਸੱਚੇ ਨਾਵੇਂ ਕੀ ਭੁੱਖ ਲਾਵਣਿਆ, ਕਿਉਂਕਿ ਗੁਰੂ ਦੀ ਰਹਿਮਤ ਦੇ ਸਦਕਾ ਮੇਰੇ ਮਨ ਦੇ ਅੰਦਰ ਸੱਚੇ ਨਾਮ ਦੀ ਭੁੱਖ ਲੱਗੀ ਹੈ। ਤੇ ਇਸ ਲਈ ਰੱਬ ਜੀ ਮੈਂ ਤੁਹਾਨੂੰ ਜਿੰਨਾ ਸਲਾਹਾਂ, ਜਿੰਨੀ ਵੀ ਤੁਹਾਡੀ ਸ਼ੋਭਾ ਕਰਾਂ, ਕਦੇ ਵੀ ਮਨ ਨੇ ਇਹ ਨਹੀਂ ਕਿਹਾ ਵੀ ਹੁਣ ਬਸ ਕਰ, ਇਸ ਤੋਂ ਵੱਧ ਕੇ ਰੱਬ ਦੀ ਸ਼ੋਭਾ ਨਹੀਂ ਹੋਣੀ। ਮਾਲਕ ਕਹਿੰਦੇ ਜਿੰਨੀ ਜਿੰਨੀ ਤੁਹਾਡੀ ਸ਼ੋਭਾ ਕਰਦਾ ਰਵਾਂ ਸਤਿਗੁਰੂ ਜੀਓ, ਪਰਮੇਸ਼ਵਰ ਜੀਓ, ਓਨਾ ਹੀ ਮਨ ਹੋਰ ਜ਼ਿਆਦਾ ਲਾਲਸਾ ਰੱਖਦਾ ਤੁਹਾਡੀ ਸ਼ੋਭਾ ਦੀ, ਤੁਹਾਡੀ ਵਡਿਆਈ ਦੀ। ਕਿਉਂਕਿ ਤੁਹਾਨੂੰ ਸਲਾਉਂਦਿਆਂ, ਤੁਹਾਨੂੰ ਵਡਿਆਉਂਦਿਆਂ, ਤੁਹਾਡੀ ਸ਼ੋਭਾ ਕਰਦਿਆਂ ਇਸ ਮਨ ਨੂੰ ਕਦੇ ਵੀ ਰੱਜ ਨਹੀਂ ਆਇਆ, ਮਨ ਕਦੇ ਨਹੀਂ ਰੱਜਿਆ। ਮਤਲਬ ਮਨ ਹੋਰ ਤੁਹਾਡੇ ਗੁਣਾਂ ਨੂੰ ਜਾਣਨ ਦੀ ਇੱਛਾ ਰੱਖਦਾ ਹੈ, ਹੋਰ ਵਧੇਕ ਤੁਹਾਡੇ ਗੁਣਾਂ ਦੀ ਵਡਿਆਈ ਕਰਨ ਦੀ ਇੱਛਾ ਰੱਖਦਾ ਹੈ। ਮਨ ਹੋਰ ਜ਼ਿਆਦਾ ਤੁਹਾਡੇ ਨਾਮ ਨੂੰ ਆਰਾਧਨ ਦੀ ਇੱਛਾ ਰੱਖਦਾ ਹੈ। ਮਨ ਹੋਰ ਜ਼ਿਆਦਾ ਤੁਹਾਡੀ ਨੇੜਤਾ ਤੇ ਤੁਹਾਡੀ ਨਜ਼ਦੀਕੀ ਨੂੰ ਲੋੜਦਾ ਹੈ। ਏਕੋ ਵੇਖਾ ਅਵਰ ਨਾ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ। ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਜੇ ਸੁਖ ਸਮਾਵਣਿਆ। ਫਿਰ ਕਿਹਾ ਏਕੋ ਵੇਖਾਂ। ਕਹਿੰਦੇ ਮੈਂ ਇੱਕ ਨੂੰ ਹੀ ਵੇਖਦਾ। ਅਵਰ ਨਾ ਬੀਆ, ਬੀਆ ਮਤਲਬ ਦੂਜਾ, ਕਿਸੇ ਦੂਜੇ ਨੂੰ ਨਹੀਂ। ਫਿਰ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਸਦਕਾ ਅੰਮ੍ਰਿਤ ਪੀਆ। ਕਹਿੰਦੇ ਮੈਂ ਅੰਮ੍ਰਿਤ ਨੂੰ ਚਖਿਆ। ਹੁਣ ਅੰਮ੍ਰਿਤ ਜਿਹੜਾ ਹੈ ਉਹਦੇ ਲਈ ਜਦੋਂ ਸਤਿਗੁਰੂ ਜੀ ਨੇ ਪਹਿਲਾਂ ਜ਼ਿਕਰ ਕੀਤਾ ਸੀ ਗੁਰਬਾਣੀ, ਤੇ ਅੰਮ੍ਰਿਤ ਨੂੰ ਕਹਿੰਦੇ ਮੈਂ ਚਖਿਆ। ਅੰਮ੍ਰਿਤ ਚਖਣਾ ਮਤਲਬ ਗੁਰਬਾਣੀ ਦਾ ਰਸ ਮਾਣਿਆ, ਗੁਰਬਾਣੀ ਨੂੰ ਚਖਿਆ। ਜਦੋਂ ਗੁਰਬਾਣੀ ਦਾ ਰਸ ਮਾਣਿਆ ਨਾ ਗੁਰੂ ਦੀ ਕਿਰਪਾ ਦੇ ਨਾਲ, ਕਹਿੰਦੇ ਫਿਰ ਹੋਇਆ ਕਿ ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਸਦਕਾ ਤਿਖਾ ਨਿਵਾਰੀ, ਮੇਰੇ ਅੰਦਰਲੀ ਤਿਖਾ, ਤਿਖਾ ਮਤਲਬ ਤ੍ਰਿਸ਼ਨਾ, ਤ੍ਰੇ ਜਿਹੜੀ ਪਿਆਸ ਲੱਗੀ ਸੀ ਨਾ ਉਹ ਨਿਵਰ ਗਈ, ਖਤਮ ਹੋ ਗਈ। ਉਹ ਸਹਿਜੇ ਸੁਖ ਸਮਾਵਣਿਆ, ਤੇ ਮੈਂ ਸਹਿਜ ਸੁਭਾ ਕਹਿੰਦੇ ਸੁਖ ਵਿੱਚ ਸਮਾ ਗਿਆ। ਬੜਾ ਪਿਆਰਾ ਜ਼ਿਕਰ ਕਰ ਰਹੇ ਸਤਿਗੁਰੂ ਜੀ। ਕਹਿੰਦੇ ਮੈਂ ਇੱਕ ਨੂੰ ਵੇਖਦਾ, ਦੂਜੇ ਨੂੰ ਨਹੀਂ। ਇੱਕ ਨੂੰ ਵੇਖਣਾ ਮਤਲਬ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਮੰਨਣਾ। ਕਹਿੰਦੇ ਮੈਂ ਇੱਕ ਰੱਬ ਜੀ ਨੂੰ ਜਾਣਦਾ, ਰੱਬ ਜੀ ਤੋਂ ਬਿਨਾਂ ਕਿਸੇ ਦੂਜੇ ਨੂੰ ਮੈਂ ਜਾਣਦਾ ਨਹੀਂ, ਨਾ ਹੀ ਕਿਸੇ ਦੂਜੇ ਵੱਲ ਕਦੇ ਝਾਤ ਮਾਰੀ ਹੈ। ਅਵਰ ਨਾ ਬੀਆ, ਕਿਸੇ ਦੂਜੇ ਨੂੰ ਮੈਂ ਸਮਝਿਆ ਹੀ ਨਹੀਂ। ਫਿਰ ਗੁਰੂ ਦੀ ਰਹਿਮਤ ਸਦਕਾ ਜਦੋਂ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ, ਮਾਲਕ ਜੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਇੱਥੋਂ ਤੱਕ ਆਖਦੇ ਕਹਿੰਦੇ ਅਕਾਲ ਪੁਰਖ ਪਰਮੇਸ਼ਵਰ ਜੀ ਆਪ ਕਿਰਪਾ ਕਰਦਿਆਂ ਹੋਇਆਂ ਇਹ ਜਿਹੜੀ ਬਾਣੀ ਹੈ ਨਾ, ਇਹ ਜਿਹੜੀ ਅੰਮ੍ਰਿਤ ਰੂਪੀ ਬਾਣੀ ਕਹਿ ਲਓ ਜਾਂ ਗੁਰਬਾਣੀ ਕਹਿ ਲਓ, ਇਸ ਗੁਰਬਾਣੀ ਨੂੰ ਉਹ ਹਰ ਕਰਤਾ ਆਪ ਮੂੰਹੋਂ ਕਢਾਏ, ਉਹ ਆਪੇ ਹੀ ਮੁਖ ਤੋਂ ਕਢਵਾ ਰਿਹਾ ਹੈ, ਕੋਈ ਦੂਜਾ ਨਹੀਂ। ਇਹ ਬਾਣੀ ਉਹ ਹੈ ਜਿਹਨੂੰ ਸਤਿਗੁਰੂ ਜੀ ਜ਼ਿਕਰ ਕਰਦੇ ਆ, ਆਖਦੇ ਪੋਥੀ ਪਰਮੇਸ਼ਰ ਕਾ ਥਾਨ। ਜਦੋਂ ਗੁਰਬਾਣੀ ਪ੍ਰਤੀ ਜ਼ਿਕਰ ਕੀਤਾ ਤੇ ਮਾਲਕ ਕਹਿੰਦੇ ਧੁਰ ਕੀ ਬਾਣੀ ਆਈ, ਤੈਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਜਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਇਹ ਬਾਣੀ ਜਿਹੜੀ ਹੈ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਨੇ ਇਸ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਂਦਿਆਂ ਹੋਇਆਂ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਹਿਰਦਿਆਂ ਵਿੱਚ ਵਸਾ ਲਿਆ ਨਾ, ਸਤਿਗੁਰੂ ਕਹਿੰਦੇ ਉਹੀ ਜੀਵ ਭਲੇ ਨੇ, ਉਹੀ ਚੰਗੇ ਨੇ। ਪਰ ਇਹ ਉਹਨਾਂ ਦੇ ਹਿਰਦਿਆਂ ਵਿੱਚ ਵਸੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਉਹਨਾਂ ਦੇ ਹਿਰਦਿਆਂ ਵਿੱਚ ਵਸੀ। ਤੇ ਨਾਲ ਮਾਲਕ ਪਾਤਸ਼ਾਹ ਜੀ ਜ਼ਿਕਰ ਕਰਦੇ ਆ, ਆਖਦੇ ਜਦੋਂ ਆਪਾਂ ਸਤਿਗੁਰੂ ਰਾਮਦਾਸ ਸਾਹਿਬ ਨੂੰ ਪੜ੍ਹਦੇ ਆ
ਮਾਲਕ ਜੀ ਤੇ ਇੱਥੋਂ ਤੱਕ ਕਹਿ ਦਿੰਦੇ, ਕਹਿੰਦੇ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ, ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇ ਕਿਤੇ ਜੀਵ ਆਪਣੀ ਜ਼ਿੰਦਗੀ ਅੰਦਰ ਗੁਰੂ ਦੇ ਕਹੇ ਹੋਏ ਬੋਲਾਂ ਨੂੰ ਕਮਾ ਲਏ, ਗੁਰੂ ਕੇ ਕਹੇ ਹੋਏ ਬੋਲਾਂ ਨੂੰ ਅਪਣਾ ਲਏ, ਤੇ ਮਾਲਕ ਜੀ ਕਹਿੰਦੇ ਉਹ ਪ੍ਰਤੱਖ ਉਸ ਪਰਮੇਸ਼ਵਰ ਦੇ ਦਰਸ਼ਨਾਂ ਦਾ ਪਾਤਰ ਬਣ ਜਾਂਦਾ। ਖੈਰ ਗੁਰੂ ਸਾਹਿਬ ਆਖਰੇ ਕਹਿੰਦੇ ਏਕੋ ਵੇਖਾਂ ਅਵਰ ਨਾ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ। ਇਸ ਗੁਰਬਾਣੀ ਨੂੰ ਮੈਂ ਚਖਿਆ, ਗੁਰੂ ਦੀ ਕਿਰਪਾ ਸਦਕਾ ਹੀ ਹੈ, ਗੁਰੂ ਕੀ ਰਹਿਮਤ ਸਦਕਾ ਹੈ। ਤੇ ਫਿਰ ਜਦੋਂ ਗੁਰੂ ਕੇ ਸ਼ਬਦ ਨੂੰ ਚਖਿਆ, ਜਿਹੜੀਆਂ ਮਨ ਅੰਦਰ ਲਾਲਸਾਵਾਂ ਸਨ, ਜਿਹੜੀਆਂ ਮਨ ਅੰਦਰ ਇੱਛਾਵਾਂ ਸਨ, ਜਾਂ ਮਨ ਅੰਦਰਲੀ ਜਿਹੜੀ ਤ੍ਰਿਖਾ ਸੀ, ਸਤਿਗੁਰੂ ਕਹਿੰਦੇ ਉਹ ਤ੍ਰਿਖਾ ਜਿਹੜੀ ਨਾ ਉਹ ਨਿਵਰ ਗਈ, ਉਹ ਬੁੱਝ ਗਈ। ਹੁਣ ਸਹਿਜ ਸੁਭਾ ਸੁਤੇ ਸਿੱਧ ਸੁਖ ਸਮਾਵਣਿਆ, ਮੈਂ ਸੁੱਖਾਂ ਭਰਿਆ ਜੀਵਨ ਜਿਹੜਾ ਉਹਨੂੰ ਹਾਸਲ ਕੀਤਾ ਹੈ। ਪਰ ਇਹ ਸੁੱਖਾਂ ਭਰਿਆ ਜੀਵਨ ਮੈਨੂੰ ਗੁਰਬਾਣੀ ਦੇ ਆਧਾਰ ਤੇ ਮਿਲਿਆ, ਗੁਰਬਾਣੀ ਸਦਕਾ ਮਿਲਿਆ, ਜਦੋਂ ਗੁਰਬਾਣੀ ਨੂੰ ਮੈਂ ਆਪਣੇ ਜੀਵਨ ਵਿੱਚ ਵਸਾ ਲਿਆ। ਰਤਨ ਪਦਾਰਥ ਪੱਲਰ ਤਿਆਗੈ, ਮਨ ਮੁਖ ਅੰਧਾ ਦੂਜੈ ਪਾਏ ਲਾਗੈ। ਜੋ ਬੀਜੈ ਸੋਈ ਫਲ ਪਾਏ, ਸੁਪਨੈ ਸੁਖ ਨਾ ਪਾਵਣਿਆ। ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਆਪ ਜੀ ਅੱਗੇ ਵੀ ਮਾਲਕ ਦੀ ਅਗਾਂਹ ਜਾ ਕੇ ਜ਼ਿਕਰ ਕਰ ਰਹੇ ਵੀ ਇੱਕ ਇਨਸਾਨ ਜਿਹੜਾ ਜੀਵ ਹੈ ਨਾ, ਉਹ ਇਸ ਰਤਨਾ ਰੂਪੀ ਪਦਾਰਥ ਨੂੰ ਪੱਲਰ ਸਮਝ ਕੇ ਤਿਆਗੀ ਜਾਂਦਾ ਹੈ। ਪੱਲਰ ਕਹਿੰਦੇ ਫੋਕਟ ਨੂੰ, ਪਰਾਲੀ ਨੂੰ, ਸਿਰਫ ਛਿਲਕਾ। ਮਤਲਬ ਉਹ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਜਿਹੜਾ ਨਾ, ਕਿ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਸੀ ਗੁਰਮੁਖ ਵਿਰਲੇ ਕਿ ਚੱਖ ਡੀਠੀ। ਕਿਸੇ ਗੁਰੂ ਵਾਲੇ ਨੇ, ਵਿਰਲੇ ਨੇ ਹੀ ਇਸ ਗੁਰਬਾਣੀ ਨੂੰ ਚਖਿਆ ਕਿ ਗੁਰਬਾਣੀ ਜਿਹੜੀ ਹੈ ਨਾ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਇਹ ਮਿੱਠੀ ਹੈ। ਪਰ ਕਿਹਨੂੰ ਲੱਗੀ? ਗੁਰਮੁਖ ਵਿਰਲੇ ਕਿਨੇ ਚੱਖ ਡੀਠੀ, ਜਿਨੇ ਗੁਰੂ ਵਾਲਾ ਬਣ ਕੇ ਇਹਨੂੰ ਚੱਖ ਕੇ ਵੇਖਿਆ। ਪਰ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਉਹ ਕੀ ਕਰ ਰਿਹਾ? ਰਤਨ ਪਦਾਰਥ ਪੱਲਰ ਤਿਆਗੈ, ਫੋਕਟ ਸਮਝ ਗਈ ਛੱਡੀ ਜਾਂਦਾ। ਜਿਵੇਂ ਇੱਕ ਅਣਜਾਣ ਬੰਦੇ ਵਾਸਤੇ ਹੀਰਾ ਵੀ ਕੱਚ ਦਾ ਟੁਕੜਾ ਹੀ ਹੈ, ਉਹ ਹੀਰੇ ਨੂੰ ਵੀ ਕੱਚ ਹੀ ਦੱਸੀ ਜਾਂਦਾ। ਤੇ ਜੇ ਕੋਈ ਪਾਰਖੂ ਹੋਵੇ ਉਹ ਫਿਰ ਦੱਸਦਾ ਵੀ ਅਸਲ ਵਿੱਚ ਇਹਦਾ ਮੁੱਲ ਕੀ ਹੈ। ਇਸੇ ਕਰਕੇ ਜਦੋਂ ਬਾਬਾ ਕਬੀਰ ਸਾਹਿਬ ਨੂੰ ਆਪਾਂ ਪੜ੍ਹਿਆ ਨਾ, ਤੇ ਉਹਨਾਂ ਨੇ ਜ਼ਿਕਰ ਕਰਦਿਆਂ ਬਹੁਤ ਪਿਆਰਾ ਜ਼ਿਕਰ ਕੀਤਾ, ਕਹਿੰਦੇ ਕਬੀਰ ਰਾਮ ਪਦਾਰਥ ਪਾਏ ਕਿ ਕਬੀਰਾ ਗਾਂਠ ਨਾ ਖੋਲ। ਰਾਮ ਪਦਾਰਥ ਪਾਏ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਹਾਸਲ ਕਰਕੇ, ਉਹਦੇ ਗੁਣਾਂ ਨੂੰ ਹਾਸਲ ਕਰਕੇ ਕਬੀਰਾ ਗਾਂਠ ਨਾ ਖੋਲ। ਉਹ ਆਪਣੀ ਨਾ ਜਿਹੜੀ ਪੰਡ ਤੂੰ ਬੰਨੀ ਹੈ ਉਹਦੀ ਗੰਢ ਕਦੇ ਖੋਲੀ ਨਾ। ਕਾਰਨ ਕਹਿੰਦੇ ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। ਨਾ ਹੀ ਉਹਦਾ ਕੋਈ ਗਾਹਕ ਹੈ, ਨਾ ਹੀ ਉਹਨੂੰ ਕੋਈ ਪਰਖਣ ਵਾਲਾ ਹੈ। ਤੇ ਜਿੰਨਾ ਚਿਰ ਉਹਦਾ ਕੋਈ ਪਾਰਖੂ ਤੇ ਉਹਦਾ ਕੋਈ ਗਾਹਕ ਨਹੀਂ ਆ ਜਾਂਦਾ, ਉਹਨਾਂ ਚਿਰ ਪੰਡ ਖੋਲ ਕੇ ਕਰੇਗਾ ਵੀ ਕੀ। ਜੇ ਖੋਲ ਵੀ ਲਏਗਾ ਤੇ ਸੱਜਣਾ ਖਿਆਲ ਰੱਖ, ਜਿਨ੍ਹਾਂ ਨੂੰ ਮੁੱਲ ਦਾ ਪਤਾ ਨਹੀਂ ਉਹਨਾਂ ਨੇ ਉੱਥੇ ਵੀ ਕੱਚ ਦੇ ਟੁਕੜੇ ਹੀ ਦੱਸੀ ਜਾਣਾ। ਪਰ ਜੇ ਕਿਤੇ ਤੂੰ ਆਪਣੇ ਜੀਵਨ ਦੇ ਅੰਦਰ ਰਾਮ ਰੂਪੀ ਪਦਾਰਥ ਨੂੰ ਹਾਸਲ ਕਰਕੇ ਗੰਢ ਬੰਨ ਲਏ, ਤੇ ਜਦੋਂ ਕੋਈ ਗਾਹਕ ਆਵੇਗਾ ਉਹਨੇ ਆਪੇ ਹੀ ਆ ਕੇ ਇਹਦਾ ਮੁੱਲ ਲਾ ਦੇਣਾ। ਤੇ ਉਹ ਮੁੱਲ ਲਾਉਣ ਲੱਗਿਆ ਹੋ ਸਕਦਾ ਤੇਰੀ ਸੋਚ ਤੋਂ ਵੀ ਮਹਿੰਗਾ ਮੁੱਲ ਲਾ ਜਾਏ। ਸਤਿਗੁਰੂ ਜੀ ਆਖ ਰਹੇ, ਸਾਹਿਬ ਕਹਿੰਦੇ ਰਤਨ ਪਦਾਰਥ, ਇਹ ਰਤਨ ਰੂਪੀ ਪਦਾਰਥ ਕੀਮਤੀ ਵਸਤੂ ਪੱਲਰ ਤਿਆਗੈ। ਇਨਸਾਨ ਕੇਵਲ ਪਰਾਲੀ ਸਮਝ ਕੇ ਤਿਆਗੀ ਬੈਠਾ, ਛੱਡੀ ਬੈਠਾ। ਪਰ ਮਨਮੁਖ ਅੰਧਾ, ਇਹਨੂੰ ਛੱਡਣ ਦਾ ਕਾਰਨ ਕੀ ਹੈ? ਅੰਨਾ ਮਨੁੱਖ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਦੂਜੇ ਭਾਏ ਲੱਗਾ, ਉਹ ਦੂਜੇ ਪ੍ਰੇਮ ਵਿੱਚ ਲੱਗਾ ਹੋਇਆ। ਜਿਵੇਂ ਚੰਗੇ ਗੁਣ ਜ਼ਿੰਦਗੀ ਨੂੰ ਚੰਗਾ ਬਣਾਉਂਦੇ ਨੇ, ਇਹਦੇ 'ਚ ਕੋਈ ਅਤਕਥਨੀ ਨਹੀਂ। ਜਦੋਂ ਚੰਗਿਆਈਆਂ ਹੋਣਗੀਆਂ ਤੇ ਜੀਵਨ ਚੰਗਾ ਬਣੇਗਾ। ਚੰਗੇ ਗੁਣ ਜ਼ਿੰਦਗੀ ਨੂੰ ਚੰਗਾ ਬਣਾਉਂਦੇ ਨੇ, ਮਾੜੇ ਗੁਣ ਹਮੇਸ਼ਾ ਜ਼ਿੰਦਗੀ ਨੂੰ ਮਾੜਾ ਬਣਾਉਂਦੇ। ਪਰ ਜਿਹੜਾ ਮਾੜੇ ਗੁਣਾਂ ਦੇ ਵਿੱਚ ਲੱਗਾ ਹੋਇਆ ਉਹਨੂੰ ਚੰਗਿਆਈ ਨਾਲ ਕੋਈ ਮਤਲਬ ਨਹੀਂ, ਉਹਨੂੰ ਚੰਗੇ ਕੰਮਾਂ ਨਾਲ ਕੋਈ ਮਤਲਬ ਨਹੀਂ, ਚੰਗੇ ਗੁਣਾਂ ਨਾਲ ਕੋਈ ਮਤਲਬ ਨਹੀਂ। ਉਹ ਤੇ ਚੰਗੇ ਗੁਣਾਂ ਨੂੰ ਵੀ ਫੋਕਟ ਸਮਝ ਕੇ ਛੱਡੀ ਬੈਠਾ। ਜਿਵੇਂ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ ਆਖਦੇ ਨਾ, ਮਾਲਕ ਪਾਤਸ਼ਾਹ ਕਹਿੰਦੇ ਜੋ ਛੱਡਣਾ ਸੋ ਅਸਥਿਰ ਕਰ ਮਾਨੈ,
जो होवन सो दूर पराने, छोड़ जाए तिसका श्रम करे, संग सहाई तिस पर हरे, चंदन लेप उतारे धोए, गर्दव प्रीत भस्म संग होए। एक गधे ਦੀ सतगुरु जी ਉੱਥੇ ਉਦਾਹਰਣ ਦਿੰਦੇ ਆ, ਆਖਦੇ ਕਹਿੰਦੇ ਭਾਵੇਂ ਉਹਦੇ ਉੱਤੇ ਚੰਦਨ ਢੋ ਲਈਏ ਤੇ ਉਹਨੂੰ ਨਵਾਉਣ ਲੱਗਿਆਂ ਚੰਦਨ ਦਾ ਲੇਪ ਕਿਉਂ ਨਾ ਲਾਇਆ ਹੋਵੇ, ਉਹਨੂੰ ਨਵਾ ਧੋ ਕੇ ਤੇ ਮੁੜ ਕੇ ਅਸੀਂ ਆਖੇ ਵੀ ਭਾਈ ਅਸੀਂ ਬੜੀ ਮਿਹਨਤ ਕੀਤੀ, ਤੈਨੂੰ ਚੰਦਨ ਮਲ ਮਲ ਕੇ ਅੱਜ ਨਵਾਇਆ, ਤੂੰ ਏਦਾਂ ਕਰ, ਸਾਡੀ ਲਾਜ ਸਾਡੀ ਪੱਤ 2 ਦਿਨ ਰੱਖ ਲਾ, ਖੇਹ ਵਿੱਚ ਨਾ ਲੇਟੀ। ਤੇ ਮਾਲਕ ਕਹਿੰਦੇ ਕਿਤੇ ਉਸ ਗਧੇ ਨੂੰ ਖੁੱਲਾ ਛੱਡ ਕੇ ਵੇਖੋ, ਫਿਰ ਖੇਹ ਵਿੱਚ ਹੀ ਲੇਟਦਾ। ਹੁਣ ਹਾਲਾਤ ਹੀ ਉਸੇ, ਉਹਦਾ ਸੁਭਾਅ ਉਸੇ ਤਰ੍ਹਾਂ ਦਾ ਹੈ। ਤੇ ਮਾਲਕ ਜੀ ਕਹਿੰਦੇ ਜਿਹੜਾ ਮਨ ਪਿੱਛੇ ਲਾ ਕੇ ਚੱਲ ਪੈਂਦਾ ਉਹਦੀ ਹਾਲਤ ਉਸ ਗਧੇ ਵਰਗੀ ਬਣ ਜਾਂਦੀ ਹੈ। ਉਹ ਸਮਝ ਹੀ ਨਹੀਂ ਸਕਿਆ ਵੀ ਗੁਰਬਾਣੀ ਮੇਰੇ ਕੋਲ ਕਿੱਡਾ ਵੱਡਾ ਖਜ਼ਾਨਾ ਹੈ। ਅਕਾਲ ਪੁਰਖ ਪਰਮੇਸ਼ਵਰ ਜੀ ਦੇ ਘਰ ਦੀਆਂ ਬਾਤਾਂ ਰੂਪ ਖਜ਼ਾਨਾ, ਰੱਬ ਜੀ ਦੇ ਘਰ ਰੂਪ ਵਿਚਾਰਾਂ ਦਾ ਮੇਰੇ ਕੋਲ ਖਜ਼ਾਨਾ ਹੈ। ਉਹ ਇਹਨੂੰ ਪੱਲਰ ਸਮਝ ਕੇ ਹੀ ਤਿਆਗੀ ਜਾਂਦਾ ਹੈ। ਕਾਰਨ ਕਿਉਂਕਿ ਦੂਜੇ ਭਾਈ ਵਿੱਚ ਲੱਗਾ ਹੋਇਆ। ਜਿਹੜਾ ਇਨਸਾਨ ਕੌਡੀਆਂ ਦੇ ਉੱਤੇ ਡੁੱਲ ਜਾਏ, ਉਹਨਾਂ ਇਨਸਾਨਾਂ ਨੂੰ ਕਦੇ ਰਤਨਾਂ ਦਾ, ਕਦੇ ਹੀਰੇ ਜਵਾਹਰਾਤਾਂ ਦਾ ਮੁੱਲ ਨਹੀਂ ਪਤਾ ਲੱਗਦਾ ਜਿਹੜਾ ਕੌਡੀਆਂ ਉੱਤੇ ਡੁੱਲ ਜਾਏ। ਤੇ ਜਿਹੜਾ ਹੀਰੇ ਰਤਨਾਂ ਜਵਾਹਰਾਤਾਂ ਨੂੰ ਸਮਝ ਲਏ, ਉਹ ਫਿਰ ਕਦੇ ਕੌਡੀਆਂ ਦੇ ਉੱਤੇ ਡੁੱਲਿਆ ਨਹੀਂ ਕਰਦੇ। ਉਹ ਕਦੇ ਕੌਡੀਆਂ ਉੱਤੇ ਨਹੀਂ ਰੀਝਦੇ, ਕੌਡੀਆਂ ਉੱਤੇ ਉਹੀ ਰੀਝਦਾ ਜਿਹਨੂੰ ਹੀਰੇ ਜਵਾਹਰਾਤਾਂ ਤੋਂ ਉਮੀਦ ਨਹੀਂ। ਤੇ ਜਿਹੜਾ ਹੀਰੇ ਜਵਾਹਰਾਤਾਂ ਨੂੰ ਹਾਸਲ ਕਰਨ ਦੀ ਉਮੀਦ ਰੱਖੀ ਬੈਠਾ ਹੋਵੇ, ਉਹ ਕਦੇ ਟਕਿਆਂ ਦੇ ਉੱਤੇ ਰੀਝਦਾ ਨਹੀਂ ਹੈ। ਸਾਹਿਬ ਜੀ ਕਹਿੰਦੇ ਮਨ ਪਿੱਛੇ ਲਾ ਕੇ ਚੱਲਣ ਵਾਲੇ ਦੀ ਹਾਲਤ ਇਉਂ ਮਾਨੋ, ਇਉਂ ਸਮਝੋ ਵੀ ਉਹ ਉਸ ਮਨੁੱਖਾਂ ਦੇ ਵਿੱਚ ਸ਼ਾਮਲ ਹੈ, ਜਾਂ ਉਹਦੀ ਸ਼ਖਸੀਅਤ ਉਹਨਾਂ ਮਨੁੱਖਾਂ ਦੇ ਵਿੱਚ ਹੈ ਵੀ ਜਿਹੜਾ ਕੌਡੀਆਂ ਉੱਤੇ ਰੀਝ ਚੁੱਕਾ ਹੈ, ਜਿਹੜਾ ਹੀਰੇ ਜਵਾਹਰਾਤਾਂ ਤੋਂ ਆਪਣੀ ਦੂਰੀ ਆਪੇ ਬਣਾ ਕੇ ਬੈਠਾ। ਫਿਰ ਨਾਲ ਸਤਿਗੁਰੂ ਜੀ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਜੋ ਬੀਜੈ, ਹੁਣ ਮਨ ਪਿੱਛੇ ਲਾ ਕੇ ਭਾਈ ਜੋ ਬੀਜਾਂਗੇ ਸੋਈ ਫਲ ਪਾਏ, ਉਹੀ ਫਲ ਫਿਰ ਮਨੁੱਖ ਹਾਸਲ ਕਰਦਾ ਹੈ। ਸੁਪਨੇ ਸੁੱਖ ਨਾ ਪਾਵਣਿਆ, ਤੇ ਮਨੁੱਖ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਪਾ ਸਕਿਆ। ਜਿਹੜਾ ਅਕਾਲ ਪੁਰਖ ਜੀ ਨੂੰ ਛੱਡ ਕੇ, ਸੁੱਖਾਂ ਦੇ ਦਾਤੇ ਨੂੰ ਛੱਡ ਕੇ ਦੂਜੇ ਨਾਲ ਆਪਣਾ ਪ੍ਰੇਮ ਤੇ ਪ੍ਰੀਤ ਲਾਈ ਬੈਠਾ ਹੈ, ਉਹ ਕਦੇ ਮੂਲ ਤੋਂ ਹੀ ਸੁੱਖ ਹਾਸਲ ਨਹੀਂ ਕਰ ਸਕਿਆ। ਸੁਪਨੇ ਸੁੱਖ ਨਾ ਪਾਵਣਿਆ ਤੋਂ ਭਾਵ ਕਦਾ ਚਿੱਤ ਵੀ, ਰਤਾ ਮਾਤਰ ਵੀ, ਥੋੜਾ ਜਿਹਾ ਵੀ ਸੁੱਖ ਉਹ ਕਦੇ ਸੋਚ ਵੀ ਨਹੀਂ ਸਕਦਾ। ਕਿਉਂਕਿ ਕੁਝ ਹਾਲਾਤ, ਕਈ ਵਾਰ ਆਰਥਿਕ ਹਾਲਾਤ, ਮੈਂ ਸਿਰਫ ਇੱਕ ਸੰਸਾਰਕ ਉਦਾਹਰਣ ਰੱਖਣ ਲੱਗਿਆ, ਇਨਸਾਨ ਦੇ ਆਰਥਿਕ ਹਾਲਾਤ ਇਨਸਾਨ ਦੀ ਮਤ ਮੁਤਾਬਕ ਨਹੀਂ ਹੁੰਦੇ। ਜਿਹੜੀ ਚੀਜ਼ ਨੂੰ ਇਨਸਾਨ ਕਦੇ ਆਪਣੀ ਜ਼ਿੰਦਗੀ ਵਿੱਚ ਲੈਣ ਬਾਰੇ ਸੋਚ ਨਹੀਂ ਨਾ ਸਕਦਾ, ਉਹਨਾਂ ਵਸਤੂਆਂ ਨੂੰ ਇਨਸਾਨ ਸੁਪਨੇ ਦੇ ਵਿੱਚ ਲੈ ਕੇ ਤੇ ਉਹਦਾ ਰਸ ਮਾਣ ਲੈਂਦਾ। ਜਿਨ੍ਹਾਂ ਵਸਤੂਆਂ ਨੂੰ, ਜਿਵੇਂ ਆਰਥਿਕ ਹਾਲਾਤ ਬਹੁਤੇ ਚੰਗੇ ਨਾ ਹੋਣ ਤੇ ਬੰਦਾ ਸੁਪਨੇ ਮਹਿਲਾਂ ਦੇ ਵੇਖੀ ਜਾਂਦਾ ਹੈ ਵੀ ਮੈਂ ਕਦੇ ਤੇ ਮਹਿਲਾਂ ਵਿੱਚ ਰਵਾਂਗਾ ਨਾ, ਉਹ ਸੁੱਤਾ ਹੋਇਆ ਸੁਪਨੇ ਵਿੱਚ ਮਹਿਲਾਂ ਦਾ ਵਾਸੀ ਵੀ ਹੋ ਜਾਂਦਾ, ਮਹਿਲਾਂ ਦੇ ਵਿੱਚ ਵਸਦਾ ਰਾਜਾ ਵੀ ਬਣ ਜਾਂਦਾ ਹੈ। ਰਾਜਾ ਬਣ ਕੇ ਪਰਜਾ ਨੂੰ ਹੁਕਮ ਵੀ ਕਰੀ ਜਾਂਦਾ ਹੈ ਤੇ ਪਰਜਾ ਨੂੰ ਆਪਣੇ ਅਧੀਨ ਵੀ ਚਲਾਈ ਫਿਰਦਾ ਹੈ। ਉਹ ਸਾਰਾ ਕੁਝ ਉਹਨੇ ਸੁਪਨੇ 'ਚ ਮਾਣ ਲਿਆ। ਪਰ ਜਦੋਂ ਸੱਚ ਸਾਹਮਣੇ ਆਉਂਦਾ, ਸੱਚ ਇਹੀ ਹੈ ਵੀ ਉਹ ਆਰਥਿਕ ਹਾਲਾਤ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਤੇ ਘਰ ਦਾ ਗੁਜ਼ਾਰਾਨ ਉਹਦੀ ਦਿਹਾੜੀ ਦੇ ਆਧਾਰ ਤੇ ਚੱਲ ਰਿਹਾ। ਹੁਣ ਉਹਨੇ ਮਹਿਲਾਂ ਦਾ ਸੁੱਖ ਸੁਪਨੇ ਵਿੱਚ ਮਾਣ ਲਿਆ, ਮਹਿਲਾਂ ਦਾ ਰਸ ਸੁਪਨੇ ਵਿੱਚ ਮਾਣ ਲਿਆ। ਪਰ ਗੁਰੂ ਬਾਬਾ ਜੀ ਕਹਿੰਦੇ ਜਿਹੜਾ ਮਾਇਆ ਪਿੱਛੇ ਲੱਗ ਕੇ, ਮਨ ਪਿੱਛੇ ਲੱਗ ਕੇ ਅਕਾਲ ਪੁਰਖ ਪਰਮੇਸ਼ਵਰ ਨੂੰ ਛੱਡ ਦਿੰਦਾ ਹੈ, ਉਸ ਇਨਸਾਨ ਦੀ ਹਾਲਤ ਐਸੀ ਹੈ ਕਿ ਉਹ ਸੰਸਾਰਕ ਤੌਰ ਤੇ ਵੀ ਕੰਗਾਲ ਹੈ, ਤੇ ਜਦੋਂ ਸੁਪਨਿਆਂ ਦੇ ਵਿੱਚ ਬਾਤ ਆਈ ਤੇ ਸੁਪਨਿਆਂ ਵਿੱਚ ਵੀ ਉਹਨੇ ਕੰਗਾਲਤਾ ਹੀ ਵੇਖੀ। ਜਿਵੇਂ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ ਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਜਿਹੜਾ ਬੰਦਾ ਤੇ ਆਰਥਿਕ ਹਾਲਾਤ ਤੋਂ ਕਮਜ਼ੋਰ ਸੀ, ਉਹ ਸੁਪਨੇ ਵਿੱਚ ਰਾਜਾ ਬਣ ਗਿਆ, ਉਹਦੇ ਪ੍ਰਸੰਨਤਾ ਦਾ ਕੋਈ ਟਿਕਾਣਾ ਨਹੀਂ। ਤੇ ਜਿਹੜਾ ਬੰਦਾ ਆਰਥਿਕ ਹਾਲਾਤ ਤੇ ਰਾਜਾ ਹੋਵੇ, ਸੁਪਨੇ 'ਚ ਭਿਖਾਰੀ ਬਣ ਜਾਏ, ਉਹਦੇ ਦੁੱਖ ਦਾ ਵੀ ਕੋਈ ਟਿਕਾਣਾ ਨਹੀਂ। ਤੇ ਇਸੇ ਤਰ੍ਹਾਂ ਕਹਿ ਲਓ ਕਿ ਇਨਸਾਨ ਬਾਹਰੀ ਤੌਰ ਉੱਤੇ ਰਾਜਾ ਤੇ ਹੈ, ਪਰ ਇਹ ਕੇਵਲ ਸੰਸਾਰਕ ਤੌਰ ਤੇ ਆਪਣੇ ਆਪ ਨੂੰ ਰਾਜਾ ਮੰਨੀ ਬੈਠਾ ਹੈ, ਮਨ ਪਿੱਛੇ ਲੱਗ ਕੇ ਚੱਲਿਆ ਹੋਇਆ ਹੈ। ਤੇ ਜਦੋਂ ਜ਼ਿੰਦਗੀ ਅੰਦਰ ਸੁੱਖਾਂ ਦੀ ਬਾਤ ਆਈ ਤੇ ਮਾਲਕ ਕਹਿੰਦੇ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਿਆ, ਸੁਪਨੇ ਵਿੱਚ ਵੀ ਕਦੇ ਖੁਸ਼ੀ ਨਹੀਂ ਮਾਣ ਸਕਦਾ, ਕਿਉਂਕਿ ਇਹਨੇ ਸੁੱਖਾਂ ਦੇ ਦਾਤੇ ਨੂੰ, ਇਹਨੇ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ, ਜਿਨ੍ਹਾਂ ਜੀਵਨ ਅੰਦਰ ਰਤਨ ਪਦਾਰਥ
ਤੇ ਸੁੱਖਾਂ ਦੇ ਖਜ਼ਾਨੇ ਦੇਣੇ ਸਨ, ਇਹ ਉਹਨੂੰ ਆਪ ਹੀ ਛੱਡੀ ਬੈਠਾ ਹੈ, ਆਪ ਹੀ ਤਿਆਗੀ ਬੈਠਾ ਹੈ। ਤੇ ਜਿਹੜਾ ਆਪ ਸੁੱਖਾਂ ਦੇ ਖਜ਼ਾਨੇ ਤੋਂ ਮੁੱਖ ਮੋੜ ਕੇ ਬਹਿ ਜਾਏ, ਉਹ ਕਦੇ ਵੀ ਜ਼ਿੰਦਗੀ ਵਿੱਚ ਸੁੱਖ ਮਾਣ ਨਹੀਂ ਸਕਦਾ। ਇਸੇ ਕਰਕੇ ਸਤਿਗੁਰੂ ਜੀ ਬਾਣੀ 'ਚ ਕਹਿੰਦੇ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜਹਾਂ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਆਹੀ ਇੱਕ ਤਰੀਕਾ ਹੈ ਕਿ ਅਸੀਂ ਜਦੋਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਾਂਗੇ, ਗੁਰੂ ਕੇ ਦਿੱਤੇ ਉਪਦੇਸ਼ ਜ਼ਿੰਦਗੀ 'ਚ ਅਪਣਾ ਲਵਾਂਗੇ, ਤੇ ਫਿਰ ਜਪ ਹਰ ਭਵਜਲ ਤਰਨਾ, ਅਕਾਲ ਪੁਰਖ ਪਰਮੇਸ਼ਵਰ ਨੂੰ ਜਪਦਿਆਂ ਅਸੀਂ ਭਵਜਲ ਸਾਗਰ ਤਰ ਜਾਵਾਂਗੇ। ਪਰ ਜੇ ਕਿਤੇ ਮਨ ਪਿੱਛੇ ਲੱਗ ਕੇ ਅਸੀਂ ਗੁਰਬਾਣੀ ਤੋਂ ਆਪਣਾ ਆਪਾ ਤੋੜ ਕੇ ਬੈਠ ਗਏ, ਤੇ ਚੇਤਾ ਰੱਖੀਏ, ਫਿਰ ਸਤਿਗੁਰੂ ਜੀ ਜ਼ਿਕਰ ਕਰਦਿਆਂ ਆਖਦੇ, ਹਰ ਬਿਸਰਤ ਤੇਰੇ ਗੁਣ ਗਲਿਆ, ਸਜਣਾ ਜੱਦਣ ਗੁਰਬਾਣੀ ਨਾਲੋਂ ਟੁੱਟ ਜਾਏਗਾ, ਉਦਣ ਜ਼ਿੰਦਗੀ ਅੰਦਰ ਗੁਣਾਂ ਦੀ ਤੇ ਸੁੱਖਾਂ ਦੀ ਕਦੇ ਉਮੀਦ ਨਾ ਰੱਖੀ। ਸੁੱਖ ਤੇ ਗੁਣ ਜੀਵਨ ਵਿੱਚ ਉਦਣ ਹੋਣਗੇ ਜਿੱਦਣ ਗੁਰਬਾਣੀ ਨਾਲ ਲੱਗ ਕੇ ਤੇ ਗੁਰਬਾਣੀ ਨੂੰ ਆਧਾਰ ਬਣਾ ਕੇ ਜੀਵਨ ਵਿੱਚ ਚੱਲੇਗਾ। ਸਤਿਗੁਰੂ ਪਾਤਸ਼ਾਹ ਕਿਤੇ ਰਹਿਮਤ ਕਰਨ, ਮਾਲਕ ਜੀ ਕੇ ਦਿੱਤੇ ਹੋਏ ਉਪਦੇਸ਼, ਸਤਿਗੁਰੂ ਜੀ ਦੀ ਦਿੱਤੀ ਹੋਈ ਸਿੱਖਿਆ, ਗੁਰਬਾਣੀ ਦੇ ਆਧਾਰ ਉੱਤੇ ਕਿਤੇ ਅਸੀਂ ਵੀ ਚੱਲ ਸਕੀਏ, ਗੁਰਬਾਣੀ ਦੇ ਦਰਸਾਏ ਮਾਰਗ ਤੇ ਚੱਲੀਏ, ਤੇ ਗੁਰਬਾਣੀ ਦੇ ਮਾਰਗ ਤੇ ਚੱਲਦਿਆਂ ਹੋਇਆਂ, ਸਾਹਿਬ ਦੇ ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ ਅਸੀਂ ਆਪਣੀ ਇਹਨਾਂ ਮਨੁੱਖਾ ਜੀਵਨਾਂ ਨੂੰ ਸਫਲ ਕਰਕੇ ਸੰਸਾਰ ਤੋਂ ਜਾਈਏ। ਤੇ ਸਤਿਗੁਰੂ ਜੀ ਅੱਗੇ ਨਿਤਾ ਪ੍ਰਤੀ ਅਰਦਾਸ ਤੇ ਅਰਜ਼ੋਈ ਕਰਦੇ ਰਿਹਾ ਕਰੀਏ। ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ, ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ। ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ, ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ। भूले मार्ग जिन है बताया, भूले मार्ग जिन है बताया, भूले मार्ग जिन है बताया, भूले मार्ग जिन है बताया। ऐसा गुरवट भागी पाया, ऐसा गुरवट भागी पाया, गुरवट भागी पाया, ऐसा गुरवट भागी पाया, गुरवट भागी पाया, गुरवट भागी पाया, ऐसा गुरवट भागी पाया। सतगुरु पातशाह किरपा करन, साडे सबना दियां हाजरियां मना करके अपने दर उत्ते प्रवान कर लैन। अपने दरों घरों गुरसिੱਖੀ जीवन नाम दियां दातां बख्शिश करके निवाजन, तां जो साडे ये लोक सुखीए परलोक सुहेले। नानक हर प्रभ आपे मेले होइयां बेअंत प्रकार दियां भुल्लां दी खिमा बख्शणी। आओ सतगुरु जी के पावन बचन हिरदे विच वसा लईए। रतन पदार्थ पल्लर त्यागै, मन मुख अंधा दूजे पाए लागै। जो बीजै सोई फल पाए,
ਸੁਪਨੈ ਸੁਖ ਨਾ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।